पुरुषोत्तमं परम परावरनाथ। युगल चरण मम बंदना, धर भार धर कर माथ। श्री नानक पुरुषोत्तमं परम परावरनाथ। युगल चरण मम बंदना, धर पर धर कर माथ। श्री नानक अंगद गुरु अमरदास भगबंद, रामदास अर्जन गुरु बार श्री हर गोबिंद। हरि राय हर कृष्ण गुर बार तेग बहादुर चंद। दसवें गोबिंद सिंह गुर नमो चरण अरबिंद। जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। सतगुर मम बेरी कटहो, निज बेरी परचार। एह बेरी होए भाव सफल, बिन बेरी कर पार। श्री गुर शब्द कमाए जिन, जीते पंच विकार। तिन संतन को बंदना, सिर चरणन पर तार। एकंकारा सतगुरु तेह प्रसाद सच होए। वाहे गुरु जी की फतेह। बिघन विनाशन सोए। सतनाम श्री वाहिगुरु साहिब जी दोहरा। बैठे श्री गुरु राम सर, बन्नो आन्यो ग्रंथ। ताहां महात्म एह कहियो, देन सीख निज पंथ। बैठे श्री गुरु राम सर, बन्नो आन्यो गिरंथ। सच्चे पातशाह गरीब नवाज दीन दुनिया दे मालक, चबर छत्र तखत दे मालक, समरथ गुरु परतख गुरु, दीन दयाल कृपाल अंतरजामी पूਰਨ पार ब्रह्म परमेश्वर। वाहिगुरु अकाल पुरख जी दा सरगुण स्वरूप। धन धन सच्चे पातशाह गरीब नवाज सतगुरु जी, मुकत भुगत जुगत दे दाते। धन धन सतगुरु जी, धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्यार दे नाल सारियां संगतां उच्चारण करो जी, धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु जी दी महान पवित्र पावन हाजरी विखे सुभाएमान संगत जी, आप जी बड़े ही प्रेम नाल सतगुरु जी दी पवित्र पावन हाजरी विच सज के बैठे होए हो। गुरबाणी जी दा कीर्तन भाई साहब जी ने आप जी नूं सरवण कराया। मत को भरम भुले संसार, गुर बिन कोय ना उतरस पार। महाराज सच्चे पातशाह कहंदे भाई सिखो, कोई बंदा भरम विच ना पै जावे। गुरु तो बगैर इस संसार विच कोई भी पार नहीं उतर सकदा जी। तुसीं भट्ट साहिबान दी कथा सुनी है पिछला जन्म उन्हां दा किन्ना महान, पर फिर भी जिन्ना चिर गुरु नहीं धारण कीता उन्ना चिर तक मनां विच शांति नहीं प्राप्त होई जी। सतगुरु जी दी महान पवित्र बाणी दा कीर्तन आप जी ने सरवण कीता। लड़ीवार कथा दे नाल हुण आपां सुरतियां जोड़दियां ने। साध संगत जी बड़े ही प्यार नाल
ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਸੁਖ ਨਿਧਾਨ ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲੜੀਵਾਰ ਕਥਾ ਆਪ ਜੀ ਬੜੇ ਪ੍ਰੇਮ ਨਾਲ ਰੋਜ਼ ਸਰਵਣ ਕਰਦੇ ਹੋ। ਸਿੱਖ ਸੰਗਤਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਦਰਸ਼ਨ ਕਰ ਰਹੀਆਂ ਹਨ। ਰਾਮਸਰ ਸਾਹਿਬ ਜੀ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦਬੰਦੀ ਦਾ ਜਿਹੜਾ ਕਾਰਜ ਹੈ ਸੰਪੂਰਨ ਹੋਣ ਤੋਂ ਬਾਅਦ ਗੁਰੂ ਜੀ ਨੇ ਦੀਵਾਨ ਸਜਾਇਆ। ਦੀਵਾਨ ਦੇ ਵਿੱਚ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਅਜੇ ਗੁਰਤਾ ਗੱਦੀ ਨਹੀਂ ਸੀ ਉਸ ਸਮੇਂ ਪ੍ਰਾਪਤ ਹੋਈ, ਫਿਰ ਵੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਬੜਾ ਜਸ ਕੀਤਾ ਜੀ, ਬੜੀ ਵਡਿਆਈ ਕੀਤੀ। ਸਿੱਖਾਂ ਨੂੰ ਆਖਿਆ, ਸਿੱਖੋ ਜਿੰਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਮਾਣ ਸਤਿਕਾਰ ਕਰੋਗੇ ਓਨਾ ਤੁਹਾਡਾ ਭਲਾ ਹੋਏਗਾ ਜੀ। ਜੇ ਤਿਕ ਅਦਬ ਗ੍ਰੰਥ ਜੀ ਰੱਖੋ ਤੇ ਤਿਕ ਹੀ ਫਲ ਪਾਵਹਿਗੋ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਕਿਹਾ, ਇਹਦੇ ਵਿੱਚ ਕੋਈ ਵੱਧ ਘੱਟ ਨਹੀਂ ਕਰ ਸਕਦਾ। ਸਮੇਂ ਦੇ ਨਾਲ 14 ਲੋਕਾਂ ਵਿੱਚ ਜਿਹੜਾ ਬਲੀ ਪੁਰਸ਼ ਹੋਏਗਾ ਉਹ ਇਹਦੇ ਵਿੱਚ ਬਾਣੀ ਚੜਾਏਗਾ। ਕਹਿਣ ਲੱਗੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲ ਇਸ਼ਾਰਾ ਸੀਗਾ ਮਹਾਰਾਜ ਦਾ। ਨਾਵੇਂ ਪਾਤਸ਼ਾਹ ਜੀ ਦੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਵਾਈ ਹੈ। ਮਹਾਰਾਜ ਨੇ ਦੱਸਿਆ, ਕਹਿਣ ਲੱਗੇ ਭਾਈ ਗ੍ਰੰਥ ਸਾਹਿਬ ਜੀ ਨੂੰ ਧੂਪ, ਚੰਦਨ, ਕੇਸਰ ਇਹੋ ਜਿਹੀਆਂ ਸੁਗੰਧੀਆਂ ਜਿਹੜੀਆਂ ਹੈ ਨਾ ਉਹ ਦੇਣੀਆਂ ਨੇ, ਇਹਦੇ ਨਾਲ ਭਲਾ ਹੋਏਗਾ। ਹੁਣ ਵੀ ਸੰਗਤ ਜੀ, ਸੰਗਤਾਂ ਬੜੀ ਦੂਰ ਦੂਰ ਤੱਕ ਇਹ ਕਥਾ ਜਾ ਰਹੀ ਹੈ। ਭਾਈ ਜਿਹਦੇ ਘਰ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਉਹ ਬੜੇ ਧਿਆਨ ਨਾਲ ਮਹਾਰਾਜ ਜੀ ਦੀ ਸੇਵਾ ਕਰਿਆ ਕਰੇ। ਸੁਗੰਧੀਆਂ ਦਾ ਲਾਗੇ ਪ੍ਰਬੰਧ ਹੋਵੇ। ਸਭ ਤੋਂ ਵਧੀਆ ਸੁਗੰਧੀ ਵਾਲੀ ਜਿਹੜੀ ਚੀਜ਼ ਹੈ ਉਹ ਧੂਪ ਹੈਗੀ ਆ ਜੀ। ਜੜੀਆਂ ਬੂਟੀਆਂ ਦੀ ਬਣੀ ਹੋਈ ਵਾਤਾਵਰਨ ਜਿਹੜਾ ਉਹ ਪਵਿੱਤਰ ਕਰਦੀ ਹੈ ਜਿਹੜੀ ਧੂਪ ਹੈ ਜੀ। ਜਿਹੜੀ ਅਗਰਬੱਤੀ ਜਗਾਉਂਦੇ ਆ ਇਹਦੇ ਵਿਚਲਾ ਜਿਹੜਾ ਵਾਂਸ ਹੈ ਇਹ ਧੁਖਦਾ ਹੈ, ਇਹ ਵੀ ਸਿਹਤ ਵਾਸਤੇ ਇੰਨਾ ਵਧੀਆ ਨਹੀਂ ਹੈਗਾ ਜੀ। ਫਿਰ ਦੇਸੀ ਘਿਓ ਦੀ ਜੇ ਜੋਤ ਹੋਵੇ ਵਾਤਾਵਰਨ ਪਵਿੱਤਰ ਕਰਦੀ ਹੈ, ਮਾਹੌਲ ਨੂੰ ਪਵਿੱਤਰ ਕਰਦੀ ਹੈ। ਅਤੇ ਅੱਜ ਕੱਲ੍ਹ ਪਰਫਿਊਮ ਵਰਤੇ ਜਾਂਦੇ ਹੈ। ਪਰਫਿਊਮ ਵੀ ਉਹ ਵਰਤਣਾ ਹੈ ਜਿਹਦੇ ਵਿੱਚ ਅਲਕੋਹਲ ਨਾ ਹੋਵੇ ਜੀ। ਬਹੁਤ ਥਾਵਾਂ 'ਤੇ ਅਲਕੋਹਲ ਵਾਲੇ ਜਿਹੜੇ ਪਰਫਿਊਮ ਨੇ ਉਹ ਸੱਚੇ ਪਾਤਸ਼ਾਹ ਜੀ ਦੇ ਸਰੂਪ ਉੱਤੇ ਪਾ ਦਿੱਤੇ ਜਾਂਦੇ ਆ ਜੀ। ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਹੈ। ਮਹਾਰਾਜ ਕਹਿੰਦੇ ਇਹ ਗੱਲਾਂ ਵੀ ਤੁਹਾਡੇ ਪੁੰਨ ਵਧਾਉਣਗੀਆਂ। ਹਾਂਜੀ, ਅਨੇਕ ਮਹਾਰਾਜ ਬਾਣੀ ਵਿੱਚ ਕਹਿੰਦੇ, ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ। ਆਪਣੇ ਗੁਰੂ ਨੂੰ ਪਰਮੇਸ਼ਰ ਜਾਣ ਕੇ ਪੂਜੀਏ, ਮਨੋਂ ਪ੍ਰੇਮ ਲਾ ਕੇ, ਤਨੋਂ ਵੀ ਪ੍ਰੇਮ ਲਾ ਕੇ। ਮਹਾਰਾਜ ਕਹਿਣ ਲੱਗੇ, ਵੇਖਿਓ ਤੁਹਾਡਾ ਬੜਾ ਭਲਾ ਹੋਏਗਾ, ਬੜਾ ਭਲਾ ਹੋਏਗਾ। ਜੇ ਕੋਈ ਸਿੱਖ ਸਰੀਰ ਤਿਆਗੇ, ਸਰੀਰ ਛੱਡੇ, ਉਹਦੇ ਸਰੀਰ ਛੱਡਣ ਤੋਂ ਬਾਅਦ ਜੇ ਬਾਣੀ ਦਾ, ਸਾਰੀ ਬਾਣੀ ਦਾ ਪਾਠ ਕਰਵਾਇਆ ਜਾਵੇ, ਮਹਾਰਾਜ ਕਹਿਣ ਲੱਗੇ ਉਹਦੀ ਸ਼ੁਭ ਗਤੀ ਹੋਏਗੀ। ਸੋ ਅੱਜ ਅਖੰਡ ਪਾਠ ਸਾਹਿਬ ਕਰਾਇਆ ਜਾਂਦਾ ਹੈ। ਬੜੀ ਖੁਸ਼ੀ ਹੁੰਦੀ ਹੈ ਜਦੋਂ ਪ੍ਰੇਮੀ ਸਿੱਖ ਮਰਿਆਦਾ ਪੂਰੀ ਕਰਦੇ ਹੈ, ਪਰ ਕਈ ਪਰਿਵਾਰਾਂ ਦੀ ਢਿੱਲ ਜਿਹੜੀ ਉਹ ਦੇਖੀ ਜਾਂਦੀ ਹੈ। ਚੰਗੇ ਸਿੰਧੇ ਪਰਿਵਾਰ ਜਿਹੜੇ ਆ ਨਾ ਉਹ ਵੀ ਸੁਖਮਣੀ ਸਾਹਿਬ ਕਰਾ ਕੇ ਹੀ ਸਾਰ ਲੈਂਦੇ ਆ ਜੀ। ਇੱਥੇ ਇੱਕ ਪ੍ਰੇਮੀ ਬੜਾ ਚਿਰ ਉਹਨੇ ਕਥਾ ਸੁਣੀ ਸਾਧ ਸੰਗਤ ਜੀ, ਅਤੇ ਜਦੋਂ ਉਹਦਾ ਅੰਤਮ ਸਮਾਂ ਸੀਗਾ, ਅੰਤਮ ਕਿਰਿਆ ਹੋਣੀ ਸੀਗੀ, ਅਖੰਡ ਪਾਠ ਸਾਹਿਬ ਨਹੀਂ ਘਰ ਵਾਲਿਆਂ ਨੇ ਕਰਾਇਆ ਅਤੇ ਸੁਖਮਣੀ ਸਾਹਿਬ ਕਰਕੇ ਹੀ ਸਾਰ ਲਿਆ ਜੀ। ਹਾਂਜੀ, ਸੁਖਮਣੀ ਸਾਹਿਬ ਕਰਕੇ ਸਾਰ ਲਿਆ। ਸਿੱਖ ਉਹ ਬੜਾ ਪ੍ਰੇਮੀ ਸੀਗਾ ਜੀ। ਇਸ ਕਰਕੇ ਢਿਲਿਆਈਆਂ ਨੇ। ਮਹਾਰਾਜ ਕਹਿੰਦੇ ਸਾਰੀ ਬਾਣੀ ਦਾ ਪਾਠ ਹੋਣਾ ਚਾਹੀਦਾ, ਸਾਰੀ ਬਾਣੀ ਦਾ ਪਾਠ ਹੋਣਾ ਚਾਹੀਦਾ। ਪਾਠੀ ਸਿੰਘਾਂ ਦੀ ਵੀ ਸੇਵਾ ਕਰਨੀ ਹੈ। ਭਾਈ ਕਈ ਪਾਠੀ ਸਿੰਘਾਂ ਦੀ ਸੇਵਾ ਨਹੀਂ ਕਰਦੇ। ਉਹ ਕੀ ਕਰਦੇ ਆ, ਬਾਹਰ ਹੋਟਲ ਵਾਲਿਆਂ ਨਾਲ ਪੱਕਾ ਹੀ ਪ੍ਰਬੰਧ ਕੀਤਾ ਹੁੰਦਾ ਹੈ ਵੀ ਇੱਥੋਂ ਹੀ ਚਾਹ ਪੀ ਲਿਆ ਕਰਨਗੇ ਪਾਠੀ, ਇੱਥੋਂ ਰੋਟੀ ਖਾ ਲਿਆ ਕਰਨਗੇ। ਹਾਂਜੀ, ਅਤੇ ਫਿਰ ਮਾਫ ਕਰਿਓ ਉਹ ਵੀ ਪੂਰਾ ਫਲ ਨਹੀਂ ਮਿਲਦਾ ਜੀ। ਜਿਨ੍ਹਾਂ ਨੇ ਪਾਠ ਕਰਨਾ, ਪਾਠੀ ਸਿੰਘਾਂ ਦੀ ਵੀ ਸੇਵਾ ਕਰਨੀ ਹੈ। ਪਾਠੀ ਸਿੰਘ ਬਣਨਾ ਸਭ ਤੋਂ ਔਖਾ ਕੰਮ ਹੈਗਾ ਜੀ। ਹਾਂਜੀ, 2 ਘੰਟੇ ਇੱਕ ਰਸ ਲਗਾਤਾਰ ਰੌਲ ਲਾਉਣੀ, ਡਿਊਟੀ ਲਾਉਣੀ, ਬਾਣੀ ਪੜ੍ਹਨੀ, ਬੋਲ ਕੇ ਸੌਖਾ ਕੰਮ ਨਹੀਂ ਹੈਗਾ ਜੀ। ਸੋ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਹੈ। ਕਿਸੇ ਘਰ ਵਿੱਚ ਅਖੰਡ ਪਾਠ ਸਾਹਿਬ ਸੀਗਾ ਜੀ,
ਅਖੰਡ ਪਾਠ ਸਾਹਿਬ ਤੇ ਘਰ ਵਾਲੇ ਪਾਠੀ ਸਿੰਘਾਂ ਦੇ ਨੇੜੇ ਨਹੀਂ ਗਏ ਜੀ। ਕਿਉਂ ਨਹੀਂ ਨੇੜੇ ਗਏ? ਵੀ ਇਹ ਆਪਣੇ ਆਪ ਨੂੰ ਹਾਈ ਫਾਈ ਸਮਝਦੇ ਜੀ। ਉਹ ਕੋਈ ਪਾਠੀ ਸਿੰਘਾਂ ਦੀ ਸੇਵਾ ਨਹੀਂ ਕੀਤੀ, ਕੋਈ ਹੱਥ ਨਹੀਂ ਧਵਾਉਣੇ, ਕੋਈ ਪ੍ਰਸ਼ਾਦਾ ਪਾਣੀ ਨਹੀਂ ਛਕਾਇਆ। ਇਸ ਕੰਮ ਲਈ ਨੌਕਰ ਰੱਖੇ ਹੋਏ ਸੀਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਇੰਨਾ ਵਾਧੂ ਕੰਮ ਅਸੀਂ ਇਸ ਗੱਲ ਨੂੰ ਸਮਝ ਲਿਆ ਹੈ। ਉਹ ਪਰਿਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਵੀ ਨਹੀਂ ਸੀ ਜਾਂਦੇ ਜੀ। ਸੜ ਜਾਵੇ ਇਹੋ ਜਿਹਾ ਸਟੇਟਸ ਜੀ। ਕੀ ਕਰਨਾ ਇਹੋ ਜਿਹੀ ਪਹੁੰਚ ਨੂੰ? ਕੀ ਕਰਨਾ ਇਹੋ ਜਿਹੀ ਮਾਇਆ ਨੂੰ ਜਿਹੜੀ ਗੁਰੂ ਜੀ ਦੀ ਹਾਜ਼ਰੀ ਵਿੱਚ ਵੀ ਨਹੀਂ ਆਉਣ ਦਿੰਦੀ ਜੀ। ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਵੀ ਨਹੀਂ ਆਉਣਾ ਤੇ ਘਰ ਦੇ ਨੌਕਰਾਂ ਦੀ ਡਿਊਟੀ ਲਾਈ ਵੀ ਤੁਸੀਂ ਪਾਠੀ ਸਿੰਘਾਂ ਦੀ ਸੇਵਾ ਕਰਨੀ ਹੈ। ਕਦੀ ਨੇੜੇ ਨਹੀਂ ਆਏ ਜੀ। ਹਾਂਜੀ। ਤੇ ਜਦੋਂ ਪਾਠੀ ਸਿੰਘਾਂ ਨੇ ਸੰਪੂਰਨਤਾ ਦੇ ਉੱਤੇ ਅਰਦਾਸ ਕੀਤੀ, ਅਰਦਾਸ ਇਹ ਕੀਤੀ, ਮਹਾਰਾਜ ਦਾਣਾ ਪਾਣੀ ਗੁਰੂ ਕਾ, ਟਹਿਲ ਤੁਹਾਡੇ ਸੇਵਕਾਂ ਦੀ। ਮਹਾਰਾਜ ਸੇਵਾ ਕਰਨ ਵਾਲਿਆਂ ਨੂੰ ਭਾਗ ਲਾਇਓ। ਗੱਜ ਕੇ ਆਖੋ ਵਾਹਿਗੁਰੂ। ਪੈਸੇ ਦੀ ਗੱਲ ਥੋੜੀ ਨਿਰੀ ਹੈਗੀ ਜੀ। ਮਹਾਰਾਜ ਸੇਵਾ ਕਰਨ ਵਾਲਿਆਂ ਨੂੰ ਭਾਗ ਲਾਇਓ। ਤੇ ਸੰਗਤ ਜੀ ਪਰਿਵਾਰ ਨੂੰ ਤੇ ਭਾਗ ਨਹੀਂ ਲੱਗੇ, ਨੌਕਰਾਂ ਨੂੰ ਭਾਗ ਲੱਗ ਗਏ ਸੀਗੇ ਜੀ ਹਿਰਦੇ। ਹਾਂਜੀ। ਇੱਥੇ ਕੋਈ ਵੱਡੀ ਛੋਟੀ ਊਚ ਨੀਚ ਵਾਲੀ ਗੱਲ ਨਹੀਂ ਹੈਗੀ, ਸੇਵਾ ਕਰਨੀ ਹੈ। ਕਹਿੰਦੇ ਜੀ ਸਾਡਾ ਦਾਦਾ ਇੱਥੇ ਤੁਰਿਆ ਫਿਰਦਾ ਪ੍ਰੇਤ ਬਣ ਕੇ, ਤੁਸੀਂ ਕਿਹੜੀ ਮਰਿਆਦਾ ਪੂਰੀ ਕੀਤੀ ਹੈ? ਮਰਿਆਦਾ ਪੂਰੀ ਕਰੋ। ਗੁਰੂ ਦੀ ਮਰਿਆਦਾ ਦੇ ਵਿੱਚ ਬਰਕਤ ਹੈਗੀ ਹੈ, ਮੁਕਤ ਹੋਏਗਾ ਅਗਲਾ ਜੀ। ਕਿਉਂ? ਇਹ ਕਿਸੇ ਬੰਦੇ ਦੀ ਤੇ ਗੱਲ ਹੈ ਹੀ ਨਹੀਂ ਹੈ, ਕਿਸੇ ਆਮ ਵਿਅਕਤੀ ਦੀ ਤੇ ਗੱਲ ਹੈ ਹੀ ਨਹੀਂ ਹੈ। ਇਹ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਜਿਹੜਾ ਤੁਸੀਂ ਸੁਣਿਆ। ਬੰਦਾ ਸਰੀਰ ਤਿਆਗੇ ਸਿੱਖ ਸਰੀਰ ਤਜੈ, ਤਿਸ ਪੀਛੈ ਗ੍ਰੰਥ ਕੋ ਪਾਠ ਕਰਾਵਹਿ ਗੋ। ਪੋਸ਼ਿਸ਼ ਕੋ ਅਰਪੈ ਤਬ ਪਾਠਕ, ਭੋਜਨ ਚਾਰ ਖੁਲਾਵਹਿ ਗੋ। ਪਾਠੀ ਸਿੰਘਾਂ ਨੂੰ ਵੀ ਬਸਤਰ ਦਵੇ ਤੇ ਫਿਰ ਗ੍ਰੰਥ ਸਾਹਿਬ ਜੀ ਨੂੰ ਵੀ ਬਸਤਰ ਭੇਟਾ ਕਰੇ ਤੇ ਭੋਜਨ ਜਿਹੜਾ ਵਧੀਆ ਛਕਾਵੇ ਜੀ। ਪ੍ਰਸ਼ਾਦਾ ਪਾਣੀ ਵਧੀਆ ਛਕਾਵੇ। ਔਰ ਜਥਾ ਸ਼ਕਤੀ ਤਹਿ ਸੇਵੈ। ਹੋਰ ਜਿੰਨੀ ਬੰਦੇ ਦੀ ਪਹੁੰਚ ਹੈ ਆਪਣੀ ਪਹੁੰਚ ਅਨੁਸਾਰ ਪਾਠ ਕਰਨ ਵਾਲੇ ਪ੍ਰੇਮੀ ਦੀ ਸੇਵਾ ਕਰੇ ਜੀ। ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰੇ। ਲਿਆਏ ਕਰਾਹੋ ਵਰਤਾਵੈ ਗੋ, ਕੜਾ ਪ੍ਰਸ਼ਾਦ ਦਾ ਵਰਤਾਰਾ ਵਰਤਾਵੇ। ਸੋ ਸਿੱਖ ਹੋਏ ਸੁਖੇਨ ਮਹਾ, ਪਰਲੋਕ ਵਿਖੈ ਹਰਖਾਵੈ ਗੋ। ਉਹ ਸਿੱਖ ਦਾ ਭਲਾ ਹੋਏਗਾ, ਪਰਲੋਕ ਵਿੱਚ ਉਹ ਬੰਦਾ ਸੁਖੀ ਹੋ ਜਾਏਗਾ। ਗੱਜ ਕੇ ਆਖੋ ਵਾਹਿਗੁਰੂ। ਇਹ ਗੁਰੂ ਅਰਜਨ ਦੇਵ ਜੀ ਦਾ ਬਚਨ ਹੈਗਾ, ਕੋਈ ਗੱਪਾਂ ਨਹੀਂ ਹੈਗੀਆਂ ਜੀ ਵੀ ਗੱਪਾਂ ਹੀ ਮਹਾਰਾਜ ਨੇ ਮਾਰੀਆਂ ਨਾ। ਸੰਗਤ ਜੀ ਭੁੱਲ ਕੇ ਵੀ ਇਹ ਗੱਲ ਨਹੀਂ ਸੋਚਣੀ। ਇਹ ਬਚਨਾਂ ਤੇ ਜਿਹੜਾ ਚੱਲੇਗਾ ਉਹਦਾ ਬੜਾ ਹੀ ਭਲਾ ਹੋਏਗਾ ਜੀ, ਬੜਾ ਹੀ ਭਲਾ ਹੋਏਗਾ। ਕਈ ਪਰਿਵਾਰਾਂ ਵਿੱਚ ਜਾ ਕੇ ਵੇਖੀਦਾ, ਸ੍ਰੀ ਅਖੰਡ ਪਾਠ ਸਾਹਿਬ ਜਦੋਂ ਕਰਵਾਉਂਦੇ ਆ ਬੜੀ ਭਾਵਨਾ ਦੇ ਨਾਲ ਸੇਵਾ ਕਰਦੇ ਆ। ਮੈਂ ਇੱਕ ਗੁਰਮੁਖਾਂ ਦੇ ਅਸਥਾਨ ਤੇ ਦਰਸ਼ਨ ਕੀਤੇ। ਉਹਨਾਂ ਗੁਰਮੁਖਾਂ ਨੇ ਜਿੰਨਾ ਚਿਰ ਤੱਕ ਅਖੰਡ ਪਾਠ ਸਾਹਿਬ ਚੱਲਦਾ ਰਿਹਾ ਨਾ ਜੀ, ਚੌਰ ਸਾਹਿਬ ਨਹੀਂ ਰੁਕਣ ਦਿੱਤਾ ਜੀ। ਇੱਕ ਸਿੱਖ ਦੀ ਡਿਊਟੀ ਲਾਈ, ਤੁਸੀਂ ਮਹਾਰਾਜ ਨੂੰ ਚੌਰ ਸਾਹਿਬ ਕਰਨਾ। ਡਿਊਟੀਆਂ ਲੱਗੀਆਂ ਵੱਖ-ਵੱਖ ਜੀ। ਹਾਂਜੀ। ਘਰ ਵਿੱਚ ਗੁਰੂ ਸਾਹਿਬ ਆਏ ਹੈ, ਪਰਿਵਾਰ ਵਾਲੇ ਪਾਠ ਨਹੀਂ ਕਰ ਸਕਦੇ, ਵਾਰੀ-ਵਾਰੀ ਚੌਰ ਸਾਹਿਬ ਹੀ ਕਰੀ ਜਾਣ ਜੀ। ਹਾਂਜੀ। ਚੌਰ ਸਾਹਿਬ ਕਰਨ ਨਾਲ ਵੀ ਭਲਾ ਹੋਏਗਾ ਜੀ। ਵਧੀਆ ਗਲ 'ਚ ਹਜ਼ੂਰੀਆ ਪਾ ਕੇ, ਹੱਥ ਪੈਰ ਧੋ ਕੇ, ਮੂੰਹ ਧੋ ਕੇ ਚੌਰ ਸਾਹਿਬ ਕਰ ਲਓ ਗੁਰੂ ਗ੍ਰੰਥ ਸਾਹਿਬ ਜੀ ਉੱਤੇ। ਇਹਦੇ ਵਿੱਚ ਵੀ ਬੜਾ ਭਲਾ ਹੋ ਜਾਏਗਾ ਜੀ। ਤੇ ਬੜਾ ਦੁੱਖ ਹੁੰਦਾ ਜਦੋਂ ਘਰਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਹੁੰਦੇ ਆ, ਮਹਾਰਾਜ ਜੀ ਦੀ ਬਾਣੀ ਚੱਲਦੀ, ਪਾਠੀ ਸਿੰਘ ਪਾਠ ਕਰ ਰਿਹਾ ਹੁੰਦਾ ਤੇ ਸਾਰਾ ਟੱਬਰ ਟੀਵੀ ਅੱਗੇ ਜੀ। ਸੜ ਜਾਵੇ ਇਹੋ ਜਿਹਾ ਟੀਵੀ ਜਿਹੜਾ ਤੁਹਾਨੂੰ ਗੁਰੂ ਤੋਂ ਭੁਲਾ ਕੇ ਆਪਣੀ ਕੋਲ ਬਿਠਾ ਕੇ ਬੈਠਾ ਹੈ ਜੀ। ਹਾਂਜੀ। ਇਹੋ ਜਿਹੇ ਟੀਵੀ ਨੂੰ ਕੀ ਕਰਨਾ ਹੈ ਸਾਧ ਸੰਗਤ ਜੀ? ਆਪਣੇ ਗੁਰੂ ਮਾਲਕ ਦੀ ਹਾਜ਼ਰੀ ਵਿੱਚ ਨਹੀਂ ਬਹਿਣਾ, ਹੋਰ ਪੁੱਠੇ ਕੰਮ ਕਰਨੇ। ਦੁੱਖ ਵੀ ਤਾਈਓ ਆਉਂਦੇ ਨੇ ਫਿਰ ਜੀ। ਜਾਂ ਫਿਰ ਇੱਕ ਬੁੱਢਾ ਜਿਹਾ ਜੀਵ ਜਿਹੜਾ ਉਹਨੂੰ ਬਿਠਾ ਦਿੰਦੇ ਵੀ ਤੂੰ ਬਹਿ ਜਾ ਬਾਬਿਆਂ ਕੋਲ ਜੀ। ਐਸਾ ਨਹੀਂ ਕਰਨਾ। ਤੁਸੀਂ ਕਥਾ ਸੁਣੀ ਹੈ, ਕਥਾ ਵਿੱਚ ਮਹਾਰਾਜ ਨੇ ਸਾਰਾ ਮਹਾਤਮ ਦੱਸਿਆ। ਚਲੋ ਸਿੱਧੇ ਸਿੱਧੀਆਂ ਗੱਲਾਂ ਬੋਲ ਕੇ ਵੀ ਅਰਥਦਾਸ ਕਰ ਦਿੰਦਾ, ਪਰ ਫਿਰ ਵੀ ਇਹ ਸਾਰੀਆਂ ਗੱਲਾਂ ਤਾਂ ਦੱਸੀਆਂ ਨੇ ਅੱਜ ਕੱਲ੍ਹ ਜੋ ਸਮਾਜ ਵਿੱਚ ਹੋ ਰਿਹਾ ਹੈ ਜੀ। ਜੋ ਹੋ ਰਿਹਾ
ਕਵੀ ਸੰਤੋਖ ਸਿੰਘ ਜੀ ਨੇ ਇੱਕ ਇੱਕ ਮੋਤੀ ਪਰੋ ਕੇ ਕਥਾ ਵਿੱਚ ਲਿਖਿਆ ਹੈ। ਮੋਤੀ ਪਰੋ ਕੇ ਮਹਾਰਾਜ ਦੀ ਸੇਵਾ ਕਿਵੇਂ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਹਨ, ਕਵੀ ਜੀ ਨੇ ਮੋਤੀ ਪਰੋਏ ਹੈ। ਇਹ ਗੱਲਾਂ, ਇਹ ਮੋਤੀ ਸਾਡੇ ਹਿਰਦੇ ਵਿੱਚ ਵਸ ਜਾਣ, ਇਹ ਬਚਨ ਸਾਡੇ ਹਿਰਦੇ ਵਿੱਚ ਵਸ ਜਾਣ। ਆਪਣੇ ਗੁਰੂ ਦੀ ਰੱਜ ਕੇ ਬੰਦਾ ਸੇਵਾ ਕਰ ਲੇ, ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ, ਲੋਕ ਪਰਲੋਕ ਵਿੱਚ ਸੁੱਖ ਮਿਲਦੇ ਸਿੱਖ ਨੂੰ ਜੀ। ਸੋ ਹੁਣ ਆਪਾਂ ਕਥਾ ਸੁਣੀਏ। ਅੱਜ ਦੇ ਪ੍ਰਸੰਗ ਵਿੱਚ ਕਿਹੜੇ ਬਚਨ ਆ ਰਹੇ ਆ, ਪਿਆਰ ਨਾਲ ਗੱਜ ਕੇ ਸਾਰੇ ਕਹੋ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਬੈਠੇ ਸ੍ਰੀ ਗੁਰ ਰਾਮ ਸਰ, ਬੰਨੋ ਆਨਿਓ ਗ੍ਰੰਥ। ਹਜੂਰ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਮਸਰ ਸਾਹਿਬ ਸੁਭਾਏਮਾਨ ਹਨ। ਭਾਈ ਬੰਨੋ ਜੀ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਆਏ ਹਨ। ਹਾਂਜੀ। ਤਾਹਾਂ ਮਹਾਤਮ ਇਹ ਕਹਿਓ, ਦੇਨ ਸੀਖ ਨਿਜ ਪੰਥ। ਉਥੇ ਬੈਠ ਕੇ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਤਮ ਕਹਿਆ ਜੀ। ਮਹਾਤਮ ਕਹਿਆ ਕਿਵੇਂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਇਆ ਜਾਵੇ, ਆਉਣ ਵਾਲੇ ਸਮੇਂ 'ਚ ਕੀ ਹੋਏਗਾ, ਇਹ ਮਹਾਤਮ ਮਹਾਰਾਜ ਨੇ ਦੱਸਿਆ ਜੀ। ਕਿਉਂ ਦੱਸਿਆ ਜੀ? ਆਪਣੇ ਸਿੱਖਾਂ ਨੂੰ ਸਿੱਖਿਆ ਦੇਣ ਵਾਸਤੇ ਜੀ। ਤੇ ਮੈਨੂੰ ਮਾਫ ਕਰਿਓ, ਕੁਝ ਸਿੱਖ ਤੇ ਬੜੇ ਹੀ ਚੰਗੇ ਜੀ, ਬੜੇ ਹੀ ਚੰਗੇ ਜੀ, ਬੜੀ ਸੇਵਾ ਕਰਦੇ। ਕੁਝ ਘਮੰਡੀ ਵੀ ਹੈਗੇ ਆ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਗਿਆਂ ਦੇ ਵੀ ਨੇੜੇ ਨਹੀਂ ਲੱਗਦੇ ਜੀ। ਹਾਂਜੀ। ਤੇ ਫਿਰ ਮੈਨੂੰ ਥੋੜਾ ਗੁੱਸਾ ਵੀ ਆ ਜਾਂਦਾ ਵੀ ਤੁਹਾਡੀਆਂ ਪਦਵੀਆਂ, ਤੁਹਾਡੀਆਂ ਨੌਕਰੀਆਂ ਨੂੰ ਸਿਰ 'ਚ ਮਾਰ ਗਏ। ਜੇ ਤੁਸੀਂ ਸਾਡੇ ਗੁਰੂ ਦੀ ਸੇਵਾ ਨਹੀਂ ਕਰਦੇ ਫਿਰ ਸਾਡੇ ਕੀ ਲੱਗੇ ਤੁਸੀਂ। ਮਹਾਰਾਜ ਨੇ ਆਪਣੇ ਪੰਥ ਨੂੰ, ਆਪਣੇ ਸਿੱਖਾਂ ਨੂੰ ਸਿੱਖਿਆ ਦੇਣ ਵਾਸਤੇ ਇਹ ਬਚਨ ਕਹੇ ਹਨ। ਹਾਂਜੀ। ਚੌਪਈ। ਤਿਆਰ ਭਇਓ ਜਬ ਜਿਲਤ ਬੰਧਾਈ। ਜਦੋਂ ਮਹਾਰਾਜ ਜੀ ਦਾ ਮਹਾਨ ਪਵਿੱਤਰ ਸਰੂਪ ਸਾਰਾ ਤਿਆਰ ਹੋ ਗਿਆ, ਜਿਲਤਬੰਦੀ ਮਹਾਰਾਜ ਨੇ ਕਰਵਾਈ ਹੈ ਜੀ। ਹਾਂਜੀ। ਬੁੱਢੇ ਸੋ ਗੁਰ ਗਿਰਾ ਅਲਾਈ। ਤੇ ਆਖੋ ਸਾਰੇ ਵਾਹਿਗੁਰੂ ਵਾਹਿਗੁਰੂ। ਸ਼ਾਮ ਦਾ ਸਮਾਂ ਜੀ, ਸ਼ਾਮ ਦਾ। ਮਹਾਰਾਜ ਦੇ ਕੋਲ ਨਾ ਬਹੁਤ ਵੱਡੇ ਗੁਰੂ ਦੇ ਪਿਆਰੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬੈਠੇ ਹੋਏ ਨੇ ਜੀ। ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ। ਹਾਂਜੀ। ਕਹਾਂ ਗ੍ਰੰਥ ਸਾਹਿਬ ਕਿਸ ਥਾਨਾ। ਮਹਾਰਾਜ ਕਹਿਣ ਲੱਗੇ ਕਹੋ ਗ੍ਰੰਥ ਸਾਹਿਬ ਕਿਸ ਥਾਨਾ। ਬਾਬਾ ਜੀ ਦੱਸੋ ਗ੍ਰੰਥ ਸਾਹਿਬ ਨੂੰ ਕਿਸ ਜਗ੍ਹਾ ਸਥਾਪਿਤ ਕਰੀਏ, ਕਹਿਣ ਲੱਗੇ। ਹਾਂਜੀ। ਨਿਤ ਸ਼ੁਭ ਹੈ ਜਹ ਮਹਿਦ ਮਹਾਨਾ। ਜਿੱਥੇ ਗ੍ਰੰਥ ਸਾਹਿਬ ਜੀ ਸ਼ੋਭਾ ਪਾਉਣ, ਫੱਬਣ, ਮਹਾਨ ਪ੍ਰਤਾਪ ਹੋਵੇ, ਐਸਾ ਅਸਥਾਨ ਦੱਸੋ ਜੀ। ਕਿਹਨੂੰ ਪੁੱਛਿਆ ਜੀ? ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ। ਬਾਬਾ ਜੀ ਦੀ ਉਮਰ ਉਸ ਸਮੇਂ 98 ਸਾਲਾਂ ਦੀ ਹੈ। ਹਾਂਜੀ। ਹਾਥ ਜੋਰ ਤਿਨ ਤਬੈ ਬਖਾਨੋ। ਬਾਬਾ ਬੁੱਢਾ ਸਾਹਿਬ ਉਮਰ ਵਿੱਚ ਵੀ ਗੁਰੂ ਜੀ ਤੋਂ ਬੜੇ ਵੱਡੇ ਜੀ। ਹਾਂਜੀ। ਸਰੀਰ ਬਜ਼ੁਰਗ ਹੈ ਪਰ ਗੁਰੂ ਅਰਜਨ ਦੇਵ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਜੀ। ਹਾਂਜੀ। ਸ਼੍ਰੀ ਗੁਰ ਤੁਮ ਤੇ ਕੌਣ ਸਿਆਨੋ। ਇਹ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ, ਤੁਸੀਂ ਮੇਰੇ ਕੋਲੋਂ ਪੁੱਛ ਰਹੇ ਹੋ, ਪਰ ਤੁਹਾਡੇ ਤੋਂ ਵੱਧ ਕੇ ਇਸ ਸੰਸਾਰ ਵਿੱਚ ਕੌਣ ਸਿਆਣਾ ਹੈਗਾ ਮਹਾਰਾਜ। ਹਾਂਜੀ। ਤਾਉ ਸੁਨਹੁ ਸਰ ਸੁਦਾ ਮਝਾਰਾ। ਫਿਰ ਵੀ ਤੁਸੀਂ ਮੈਨੂੰ ਹੁਕਮ ਲਾਇਆ। ਇੱਕ ਬਾਬਾ ਬੁੱਢਾ ਸਾਹਿਬ ਨੇ ਜਿਨ੍ਹਾਂ ਕਦੀ ਗੁਰੂ ਦੀ ਆਗਿਆ ਨਹੀਂ ਮੋੜੀ ਜੀ। ਬੇਨਤੀ ਵੀ ਕੀਤੀ, ਮਹਾਰਾਜ ਤੁਸੀਂ ਸਿਆਣੇ ਹੋ। ਤੇ ਨਾਲ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਹਾਰਾਜ ਜੇ ਤੁਸੀਂ ਕਹਿ ਰਹੇ ਹੋ ਤੇ ਮੈਂ ਦੱਸ ਦਿੰਨਾ। ਸੁਦਾ ਸਰੋਵਰ ਦੇ ਵਿਚਕਾਰ, ਅੰਮ੍ਰਿਤ ਸਰੋਵਰ ਦੇ ਵਿਚਕਾਰ। ਹਾਂਜੀ। ਹਰ ਮੰਦਰ ਸੁੰਦਰ ਦਰਬਾਰਾ। ਤੁਸੀਂ ਆਪ ਪਰਮੇਸ਼ਰ ਦਾ ਮੰਦਰ ਬਣਾਇਆ। ਅੰਮ੍ਰਿਤ ਸਰੋਵਰ ਦੇ ਵਿਚਕਾਰ ਹਰਮੰਦਰ ਸਾਹਿਬ ਦਰਬਾਰ ਬਣਾਇਆ ਤੁਸੀਂ ਮਹਾਰਾਜ। ਹਾਂਜੀ। ਸਦਾ ਸਥਾਪਨ ਗ੍ਰੰਥ ਸੋ ਲਾਇਕ। ਮੇਰੇ ਮਨ ਦੇ ਅਨੁਸਾਰ ਗ੍ਰੰਥ ਸਾਹਿਬ ਜੀ ਨੂੰ ਉੱਥੇ ਸਥਾਪਿਤ ਕਰਨਾ ਚਾਹੀਦਾ ਹੈ।
ਹਾਂਜੀ। ਸ਼ੁਭ ਹੈ ਗੋ ਇਹ ਤਹਾਂ ਸੁਭਾਇਕ। ਉਥੇ ਗ੍ਰੰਥ ਸਾਹਿਬ ਜੀ ਬੜੇ ਸ਼ੋਭਨੀਕ ਲੱਗਣਗੇ, ਬੜੇ ਫੱਬਣਗੇ। ਮਹਾਰਾਜ ਹਰਮੰਦਰ ਤੋਂ ਉੱਤੋਂ ਹੋਰ ਇਸ ਸਮੇਂ ਪੂਰੇ ਸੰਸਾਰ 'ਚ ਥਾਂ ਕੋਈ ਨਹੀਂ ਹੈਗੀ ਜੀ। ਕਿਉਂ? ਗੁਰੂ ਅਰਜਨ ਦੇਵ ਜੀ ਖੁਦ ਬਾਣੀ 'ਚ ਲਿਖਦੇ, ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ। ਮਹਾਰਾਜ ਉਸ ਅਸਥਾਨ ਤੋਂ ਉੱਤੇ ਹੋਰ ਕੋਈ ਅਸਥਾਨ ਨਹੀਂ ਹੋ ਸਕਦਾ। ਹਾਂਜੀ। ਸਹਿਜਾ ਸ਼ੇਸ਼ ਸਮੁੰਦਰ ਮਝਾਰੇ, ਹਾਂਜੀ। ਜਥਾ ਸ਼ੇਖ ਸਾਈਂ ਸ਼ਬ ਧਾਰੇ। ਮਹਾਰਾਜ ਜਿਵੇਂ ਸਮੁੰਦਰ ਦੇ ਵਿੱਚ ਸ਼ੇਸ਼ਨਾਗ ਹੁੰਦਾ, ਤੇ ਸ਼ੇਸ਼ਨਾਗ ਦੇ ਉੱਤੇ ਮੰਨਿਆ ਜਾਂਦਾ ਹੈ ਵੀ ਵਿਸ਼ਨੂੰ ਜੀ ਦੀ ਸਵਾਰੀ ਹੈ, ਵਾਹਿਗੁਰੂ ਵਿਸ਼ਨੂੰ ਜੀ ਦਾ ਆਸਣ ਹੈ, ਵਿਸ਼ਨੂੰ ਜੀ ਬੈਠਦੇ ਹੈ। ਹਾਂਜੀ। ਮਨ ਹੋ ਬੀਚ ਬੈਕੁੰਠ ਸੋ ਮੰਦਰ, ਹਾਂਜੀ। ਬਿਸ਼ਨ ਬਿਰਾਜੈ ਸ਼ਬ ਸੋ ਅੰਦਰ। ਤੇ ਮਹਾਰਾਜ ਇਸੇ ਤਰ੍ਹਾਂ ਹਰਮੰਦਰ ਸਾਹਿਬ ਵਿੱਚ ਪਹਿਲਾਂ ਅੰਮ੍ਰਿਤ ਸਰੋਵਰ ਹੈ। ਅੰਮ੍ਰਿਤ ਸਰੋਵਰ ਉੱਤੇ ਆਸਣ ਹੈਗਾ ਹਰਮੰਦਰ ਦਾ, ਤੇ ਹਰਮੰਦਰ ਦੇ ਵਿੱਚ ਆਸਣ ਹੋਏਗਾ ਗ੍ਰੰਥ ਸਾਹਿਬ ਜੀ ਦਾ। ਮਾਨੋ ਬੈਕੁੰਠੀ ਧਰਤੀ ਤੇ ਆ ਜਾਏਗਾ, ਕਹਿਣ ਲੱਗੇ। ਹਾਂਜੀ। ਸੁਨਤ ਪ੍ਰਸੰਨ ਗੁਰੂ ਬਹੁ ਭਏ। ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਐਸੇ ਬਚਨ ਕੀਤੇ, ਐਸੇ ਬਚਨ ਕੀਤੇ, ਮਹਾਰਾਜ ਸੱਚੇ ਪਾਤਸ਼ਾਹ ਬਹੁਤ ਹੀ ਪ੍ਰਸੰਨ ਹੋਏ। ਕਿਉਂ? ਚੰਗੀ ਸਲਾਹ ਮਨ ਨੂੰ ਖੁਸ਼ ਕਰ ਦਿੰਦੀ ਹੈ। ਭਾਵੇਂ ਗੁਰੂ ਸਾਹਿਬ ਮਹਾਰਾਜ ਅੰਤਰਜਾਮੀ ਜਾਣੀ ਜਾਣ, ਤੁਸੀਂ ਸੁਣਿਆ ਫੁਰਨਾ ਤੇ ਮਾਰਨ ਨੇ ਪਹਿਲਾਂ ਹੀ ਬਣਾਇਆ ਹੋਇਆ ਹੈ, ਪਰ ਨਾਲ ਦੇ ਸਾਥੀ ਦਾ ਮਾਣ ਰੱਖਣਾ ਆਉਂਦਾ ਹੈ ਜੀ। ਇਸ ਕਰਕੇ ਮਹਾਰਾਜ ਬਾਬਾ ਜੀ ਨੂੰ ਪ੍ਰੇਮ ਨਾਲ ਪੁੱਛ ਰਹੇ। ਬਾਬਾ ਜੀ ਨੇ ਵੀ ਉਹ ਗੱਲ ਕੀਤੀ ਜਿਹੜੀ ਗੁਰੂ ਸਾਹਿਬ ਨੂੰ ਪਹਿਲਾਂ ਹੀ ਚੰਗੀ ਲੱਗਦੀ ਹੈ। ਹਾਂਜੀ। ਜਥਾ ਜੋਗ ਇਨ ਵਰਣਨ ਕਏ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਤੁਸੀਂ ਤਾਂ ਬੜੇ ਸੋਹਣੇ ਬਚਨ ਕੀਤੇ ਆ, ਯੋਗ ਬਚਨ ਕੀਤੇ ਆ। ਹਾਂਜੀ। ਬਨਿਓ ਸੁਧਾਸਰ ਵਿੱਚ ਹਰ ਮੰਦਰ। ਅੰਮ੍ਰਿਤ ਸਰੋਵਰ ਦੇ ਵਿੱਚ ਹਰ ਮੰਦਰ ਬਣਿਆ। ਮਹਾਰਾਜ ਕਹਿਣ ਲੱਗੇ ਅੰਮ੍ਰਿਤ ਸਰੋਵਰ ਦੇ ਵਿੱਚ ਬਣਿਆ। ਹਾਂਜੀ। ਤੇਹ ਸਮ ਨਹੀਂ ਤ੍ਰਿਲੋਕੀ ਅੰਦਰ। ਤੇ ਹੁਣ ਕਿੰਨੇ ਮਾਣ ਵਾਲੀ ਗੱਲ, ਅਸੀਂ ਉਸ ਥਾਂ ਤੇ ਹੋ ਕੇ ਆਉਂਦੇ ਹਾਂ ਜੀ। ਮਹਾਰਾਜ ਸੰਗਤ ਵਿੱਚ ਕਹਿ ਰਹੇ, ਬਾਬਾ ਜੀ ਤਿੰਨਾਂ ਲੋਕਾਂ ਦੇ ਵਿੱਚ ਹਰਮੰਦਰ ਸਾਹਿਬ ਵਰਗੀ ਥਾਂ ਹੈ ਹੀ ਕੋਈ ਨਹੀਂ ਜੀ। ਬਾਣੀ 'ਚ ਲਿਖਿਆ, ਮਹਾਰਾਜ ਕਹਿੰਦੇ ਸਭ ਧਰਤੀ ਵੇਖੀ ਹੈ, ਪਰ ਹਰਮੰਦਰ ਸਾਹਿਬ ਨੂੰ ਕਹਿੰਦੇ ਤੇਰੇ ਵਰਗਾ ਨਹੀਂ ਕੋਈ ਹੋਰ ਹੈਗਾ। ਤਿੰਨਾਂ ਲੋਕਾਂ 'ਚ ਹੀ ਕੋਈ ਨਹੀਂ ਹੋਰ ਹੈਗਾ। ਤਹਾਂ ਗ੍ਰੰਥ ਸਾਹਿਬ ਸ਼ੁਭ ਰਚਿਓ। ਤਥਾ ਮਹਾਰਾਜ ਕਹਿਣ ਲੱਗੇ, ਜਿਵੇਂ ਹਰਮੰਦਰ ਸਾਹਿਬ ਤਿੰਨਾਂ ਲੋਕਾਂ ਵਿੱਚ ਇਸ ਜਗ੍ਹਾ, ਇਸ ਸਥਾਨ ਵਰਗੀ ਕੋਈ ਜਗ੍ਹਾ ਨਹੀਂ ਹੈਗੀ, ਇਸੇ ਤਰ੍ਹਾਂ ਗ੍ਰੰਥ ਸਾਹਿਬ ਵੀ ਉੱਤਮ ਨੇ। ਹਰਮੰਦਰ ਸਾਹਿਬ ਵੀ ਉੱਤਮ ਹੈ ਤੇ ਗ੍ਰੰਥ ਸਾਹਿਬ ਵੀ ਉੱਤਮ ਹਨ। ਹਾਂਜੀ। ਸਰਬੋਤਮ ਹਰ ਨਾਮ ਹੈ ਖਚਿਓ। ਕਿਉਂ? ਇਸ ਵਿੱਚ ਗ੍ਰੰਥ ਸਾਹਿਬ ਵਿੱਚ ਸਰਬ ਤੋਂ ਉੱਤਮ ਸ੍ਰੀ ਪਰਮੇਸ਼ਰ ਜੀ ਦਾ ਨਾਮ ਜਿਹੜਾ ਉਹ ਜੜਿਆ ਹੋਇਆ, ਕਹਿਣ ਲੱਗੇ। ਹਾਂਜੀ। ਉਚਿਤ ਮੇਲ ਦੋਨੋਂ ਕੋ ਬਨੈ। ਇਸ ਕਰਕੇ ਬਾਬਾ ਜੀ ਹਰਮੰਦਰ ਸਾਹਿਬ ਤੇ ਗ੍ਰੰਥ ਸਾਹਿਬ ਦੋਵਾਂ ਦਾ ਮੇਲ ਜਿਹੜਾ ਉਹ ਬਿਲਕੁਲ ਸਹੀ ਹੈਗਾ, ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਔਰ ਦੋਵੇਂ ਵੱਡੀਆਂ ਦਾਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਾਹੀਂ ਸੰਸਾਰ ਨੂੰ ਮਿਲੀਆਂ ਜੀ। ਹਾਂਜੀ। ਨਿਸ ਬਾਸੁਰ ਹਰ ਕੀਰਤਨ ਭਏ ਭਨੇ। ਮਹਾਰਾਜ ਕਹਿਣ ਲੱਗੇ, ਜਿੱਥੇ ਦਿਨ ਰਾਤ ਸਮੇਂ ਨਾਲ ਕੀਰਤਨ ਨਹੀਂ ਹੋਣਾ, ਕਹਿਣ ਲੱਗੇ। ਦੱਸੋ ਅੱਜ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਜੀ? ਹਾਂਜੀ। ਸੁਨ ਗੁਰਦਾਸ ਸੋ ਬਾਕ ਹਮਾਰੇ। ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਸਾਡੇ ਬਚਨ ਸੁਣੋ। ਸ਼੍ਰੀ ਗੁਰ ਰਾਮਦਾਸ ਦਰਬਾਰੇ। ਸਭ ਸੇਵਕ ਬੈਠੇ, ਰਾਤ ਦਾ ਸਮਾਂ। ਮਹਾਰਾਜ ਕਹਿੰਦੇ ਹਰਮੰਦਰ ਸਾਹਿਬ ਗੁਰੂ ਰਾਮਦਾਸ ਜੀ ਦਾ ਦਰਬਾਰ ਹੈ, ਕਹਿਣ ਲੱਗੇ। ਹਾਂਜੀ। ਦਿਨ ਪ੍ਰਤ ਬਧੈ ਸਮਾਜ ਵਡੇਰੇ। ਹਰ ਰੋਜ਼ ਇੱਥੇ ਭੀੜ ਜਿਹੜੀ ਉਹ ਵਧਣੀ ਹੈ, ਸੰਗਤਾਂ ਦਾ ਇਕੱਠ ਵਧਣਾ ਹੈ। ਕਰੋਨਾ ਵਰਗੇ ਸਮੇਂ ਵਿੱਚ ਵੱਡੇ ਵੱਡੇ ਅਸਥਾਨ, ਮੰਦਰ, ਚਰਚ ਬੰਦ ਹੋ ਗਏ, ਧੰਨ ਗੁਰੂ ਰਾਮਦਾਸ ਜੀ ਦਾ ਦਰਬਾਰ ਨਹੀਂ ਬੰਦ ਹੋਇਆ ਜੀ।
ਮਹਾਰਾਜ ਕਹਿਣ ਲੱਗੇ ਇੱਥੇ ਦਿਨੋਂ ਦਿਨ ਪ੍ਰਤਾਪ ਵਧਣਾ ਹੈ। ਹਾਂਜੀ, ਦੁਖ ਦਾਰਿਦ ਕੋ ਆਏ ਨਾ ਨੇਰੇ। ਇੱਥੇ ਆਉਣ ਵਾਲੇ ਨੂੰ ਦੁੱਖ ਦਰਿਦਰ ਨੇੜੇ ਨਹੀਂ ਆਉਣਾ ਕਹਿਣ ਲੱਗੇ। ਹਾਂਜੀ, ਹਰ ਮੰਦਰ ਹਰ ਰੂਪ ਬਿਲੰਦਾ। ਵਾਹ ਵਾਹ ਵਾਹ। ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ, ਹਰਮੰਦਰ ਸਾਹਿਬ ਹਰੀ ਦਾ ਹੀ ਰੂਪ ਨੇ, ਪਰਮੇਸ਼ਰ ਦਾ ਹੀ ਰੂਪ ਹੈ ਹਰਮੰਦਰ ਸਾਹਿਬ। ਸੇਵਹਿ ਸੇਵਕ ਬ੍ਰਿੰਦ ਮੁਕੰਦਾ। ਤੇ ਮਹਾਰਾਜ ਕਹਿੰਦੇ ਸੇਵਕ ਇਹਦੀ ਸੇਵਾ ਕਰਿਆ ਕਰਨਗੇ। ਹੁਣ ਵੀ ਪ੍ਰੇਮੀ ਦੁੱਧ ਨਾਲ ਇਸ਼ਨਾਨ ਕਰਾਉਂਦੇ ਆ, ਪਰਕਰਮਾ ਸਾਫ਼ ਕਰਦੇ ਆ, ਕੋਈ ਕੁਝ ਕਰਦਾ ਹੈ। ਹਾਂਜੀ, ਲక్ష్ਮੀ ਨਿਜ ਬਾਸੁਰ ਇਸ ਸੇਵਹਿ। ਤੇ ਲక్ష్ਮੀ ਮਾਇਆ ਨਿਸ ਬਾਸੁਰ ਇਸ ਸੇਵਹਿ। ਮਹਾਰਾਜ ਕਹਿਣ ਲੱਗੇ ਭਾਈ ਉਹ ਤੇ ਰਾਤ ਦਿਨ ਹੀ ਇਹਦੀ ਸੇਵਾ ਕਰਿਆ ਕਰੇਗੀ ਆ ਕੇ। ਹਾਂਜੀ, ਸਭ ਲੋਕ ਮਾਇਆ ਦੀ ਸੇਵਾ ਕਰਦੇ, ਮਾਇਆ ਨੂੰ ਧਿਆਉਂਦੇ ਆ, ਮਾਇਆ ਹਰਮੰਦਰ ਸਾਹਿਬ ਨੂੰ ਧਿਆਉਂਦੀ ਹੈ ਜੀ। ਮਾਇਆ ਹਰਮੰਦਰ ਸਾਹਿਬ ਦੀ ਸੇਵਾ ਵਿੱਚ ਆਉਂਦੀ ਹੈ ਜੀ। ਕੋਈ ਪਤਾ ਹੀ ਨਹੀਂ ਕਿੰਨੀ ਕਾ ਰਹੀ ਹੈ ਜੀ। ਸ਼ਰਧਾ ਧਰਹਿ ਦਾਸ ਫਲ ਲੇਵਹਿ। ਮਹਾਰਾਜ ਕਹਿਣ ਲੱਗੇ ਇੱਥੇ ਸਿੱਖ ਸ਼ਰਧਾ ਧਰਿਆ ਕਰਨਗੇ, ਵੱਡਾ ਫਲ ਪ੍ਰਾਪਤ ਕਰਿਆ ਕਰਨਗੇ। ਹਾਂਜੀ, ਆਜ ਬਾਸ ਇਸ ਥਲ ਹੀ ਕੀਜੈ। ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ, ਅੱਜ ਅਸੀਂ ਸਾਰੇ ਰਾਤ ਨੂੰ ਇੱਥੇ ਹੀ ਰਵਾਂਗੇ, ਰਾਮਸਰ ਰਹਾਂਗੇ। ਹੋਤ ਪ੍ਰਾਤ ਕੋ ਤਹ ਗਮ ਨੀਜੈ। ਜਦੋਂ ਦਿਨ ਚੜ੍ਹੇਗਾ, ਗੱਜ ਕੇ ਆਖੋ ਵਾਹਿਗੁਰੂ। ਪ੍ਰਭਾਤ ਹੋਏਗੀ, ਅੰਮ੍ਰਿਤ ਵੇਲੇ ਦਾ ਸਮੇਂ ਤੋਂ ਬਾਅਦ ਪ੍ਰਭਾਤ ਜਦੋਂ ਹੋਣੀ ਹੈ, ਕਹਿਣ ਲੱਗੇ ਅਸੀਂ ਸਾਰੇ ਹੀ ਚੱਲ ਕੇ ਗ੍ਰੰਥ ਸਾਹਿਬ ਸਮੇਤ ਹਰਮੰਦਰ ਸਾਹਿਬ ਵਿੱਚ ਜਾਵਾਂਗੇ। ਕਹਿਣ ਲੱਗੇ ਹਰਮੰਦਰ ਸਾਹਿਬ ਵਿੱਚ ਜਾਵਾਂਗੇ, ਤੁਸੀਂ ਪ੍ਰਬੰਧ ਕਰ ਦੇਣਾ ਕਹਿਣ ਲੱਗੇ ਉੱਥੋਂ ਦਾ। ਹਾਂਜੀ, ਸਭਿਨ ਆਹਾਰ ਕਰਿਓ ਸ਼ੁਭ ਖਾਨਾ। ਸੋ ਸੰਗਤ ਜੀ ਉਸ ਜਗ੍ਹਾ ਤੇ ਫਿਰ ਸਾਰਿਆਂ ਨੇ ਆਹਾਰ ਕੀਤਾ, ਪ੍ਰਸ਼ਾਦਾ ਪਾਣੀ ਛਕਿਆ, ਲੰਗਰ ਛਕਿਆ ਸਭ ਨੇ। ਹਾਂਜੀ, ਭੂਮ ਸੈਨ ਕੀਨਸ ਤੇ ਸਥਾਨਾ। ਤੇ ਰਾਮਸਰ ਜੀ ਦੀ ਧਰਤੀ ਦੇ ਉੱਤੇ ਫਿਰ ਭੂਮ ਸੈਨ, ਧਰਤੀ ਉੱਤੇ ਹੀ ਆਸਣ ਲਾਏ ਦੀ ਸਾਰਿਆਂ ਨੇ ਜੀ। ਗ੍ਰੰਥ ਸਾਹਿਬ ਆਦਰ ਕੇ ਹੇਤ। ਗ੍ਰੰਥ ਸਾਹਿਬ ਜੀ ਨੂੰ ਉੱਚੀ ਥਾਂ ਤੇ ਰੱਖਿਆ ਗਿਆ, ਸੁਭਾਏਮਾਨ ਕੀਤਾ ਗਿਆ ਜੀ। ਹਾਂਜੀ, ਭੂਤਲ ਸੈਨੇ ਗੁਰੂ ਸਮੇਤ। ਤੇ ਕਮਾਲ ਦੀ ਗੱਲ ਹੈ, ਗੱਜ ਕੇ ਆਖੋ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮਾਲਕ ਖੁਦ। ਸੰਗਤ ਜੀ ਉਹ ਧਰਤੀ ਉੱਤੇ ਲੰਮੇ ਪਏ ਜੀ, ਪਲੰਗੇ ਤੇ ਨਹੀਂ ਲੰਮੇ ਪਏ। ਗ੍ਰੰਥ ਸਾਹਿਬ ਸਤਿਕਾਰਯੋਗ ਨੇ, ਗ੍ਰੰਥ ਸਾਹਿਬ ਸਤਿਕਾਰਯੋਗ ਨੇ। ਕਹਿਣ ਲੱਗੇ ਜਿਨ੍ਹਾਂ ਦਾ ਗੁਰੂ ਅਰਜਨ ਦੇਵ ਜੀ ਖੁਦ ਸਤਿਕਾਰ ਕਰ ਰਹੇ ਹੋਣ, ਸਾਧ ਸੰਗਤ ਜੀ ਤੁਸੀਂ ਅੰਦਾਜ਼ਾ ਲਾਓ ਵੀ ਉਹ ਕਿੰਨੇ ਪੂਜਣਯੋਗ ਹੋਣਗੇ ਜੀ, ਜਿਨ੍ਹਾਂ ਦਾ ਰੱਬ ਵੀ ਖੁਦ ਸਤਿਕਾਰ ਕਰ ਰਿਹਾ ਜੀ। ਹਾਂਜੀ, ਹਿਰਦੈ ਵਿਚਾਰਨ ਸ੍ਰੀ ਗੁਰ ਕਰੈ। ਹੁਣ ਸਾਰੇ ਆਰਾਮ ਕਰਨ ਲੱਗ ਪਏ, ਮਹਾਰਾਜ ਵੀ ਧਰਤੀ ਤੇ ਆਰਾਮ ਕਰਨ ਲੱਗ ਪਏ। ਮਹਾਰਾਜ ਆਪਣੇ ਹਿਰਦੇ 'ਚ ਵਿਚਾਰ ਕਰਦੇ ਆ ਇੱਕ। ਹਾਂਜੀ, ਟਹਿਲ ਗ੍ਰੰਥ ਕੀ ਕੌਣ ਸੁਧਰੈ। ਟਹਿਲ ਗ੍ਰੰਥ ਕੀ ਕੌਣ ਸੋ ਧਰੈ। ਕਹਿਣ ਲੱਗੇ ਕਿਹੜਾ ਸੇਵਕ ਹੋਵੇ ਜਿਹੜਾ ਗ੍ਰੰਥ ਸਾਹਿਬ ਜੀ ਦੀ ਸੇਵਾ ਕਰੇਗਾ। ਕਹਿਣ ਲੱਗੇ ਸੌਖਾ ਕੰਮ ਨਹੀਂ ਹੈ ਇਹ। ਹਾਂਜੀ, ਬੇਦੀ ਤ੍ਰੇਹਣ ਭੱਲੇ ਬੰਸ। ਉੱਥੇ ਬੇਦੀ ਵੀ ਆਏ ਹੋਏ ਗੁਰੂ ਨਾਨਕ ਸਾਹਿਬ ਜੀ ਦੇ ਪਰਿਵਾਰ ਵਿੱਚੋਂ, ਤੇਣ ਵੀ ਨੇ, ਗੁਰੂ ਅਮਰਦਾਸ ਜੀ ਦੀ ਕੁੱਲ, ਮਹਾਰਾਜ ਦੇ ਨਾਨਕੇ ਭੱਲੇ ਵੀ ਨੇ। ਹਾਂਜੀ, ਸੋਢੀ ਜੇ ਕੁਲ ਕੇ ਅਸ਼ਵੰਤ। ਅੱਛਾ, ਬੜੇ ਬੜੇ ਸੋਢੀ ਵੀ ਉੱਥੇ ਆਏ ਹੋਏ ਆ। ਸੋਢੀਆਂ ਦੇ ਮੁਖੀ ਆਗੂ ਜਿਹੜੇ ਆ ਉਹ ਵੀ ਉੱਥੇ ਸੰਗਤ ਵਿੱਚ ਬੈਠੇ ਨੇ, ਆਰਾਮ ਕਰ ਰਹੇ ਆ ਸਾਰੇ। ਹਾਂਜੀ, ਨਿਜ ਕੁਲ ਕੋ ਇਨਕੋ ਹੰਕਾਰਾ। ਪਰ ਮਹਾਰਾਜ ਕਹਿਣ ਲੱਗੇ ਇਹ ਸੇਵਾ ਨਹੀਂ ਕਰ ਸਕਣਗੇ। ਕਿਉਂ? ਇਹਨਾਂ ਨੂੰ ਆਪਣੀ ਕੁੱਲ ਦਾ ਮਾਣ ਹੈਗਾ। ਇਹ ਕਹਿਣਗੇ ਸਾਡੀ ਕੁੱਲ ਉੱਚੀ ਹੈ, ਸਾਡੇ ਗੁਰੂਆਂ ਦਾਦਿਆਂ ਬਾਬਿਆਂ ਦੀ ਵਿੱਚ ਬਾਣੀ ਹੈਗੀ ਹੈ, ਸਾਡਾ ਹੈਗਾ ਇਹ ਗ੍ਰੰਥ। ਹਾਂਜੀ, ਕਰ ਨਾ ਸਕਹਿਗੇ ਸੇਵ ਉਦਾਰਾ। ਸੇਵਾ ਨਹੀਂ ਕਰ ਸਕਣਗੇ। ਕਹਿਣ ਲੱਗੇ
ਨਿਮਰਤਾ ਦੇ ਨਾਲ ਸੇਵਾ ਨਹੀਂ ਕਰ ਸਕਣਗੇ। ਔਰ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਜੀ ਦਾ ਇਹ ਬਚਨ ਸੱਚਾ 'ਚ ਕੁੱਲ ਦਾ ਮਾਣ ਨਹੀਂ ਜਾਂਦਾ, ਆ ਜਾਂਦਾ ਜੀ। ਕੋਈ ਵਿਰਲਾ ਹੋਏਗਾ ਜਿਹਦੇ ਮਨ ਵਿੱਚ ਨਹੀਂ ਇਹ ਗੱਲ ਹੋਏਗੀ। ਹਾਂਜੀ, ਇਹ ਸੇਵਕ ਕੀ ਵਸਤਸ ਦੀਵਾ। ਮਹਾਰਾਜ ਕਹਿਣ ਲੱਗੇ ਉਹਨਾਂ ਨੂੰ ਕੁੱਲ ਦਾ ਮਾਣ ਹੋਣਾ ਹੈ, ਪਰ ਇਹ ਜਿਹੜੀ ਵਸਤੂ ਹੈ ਇਹ ਸੇਵਕ ਦੀ ਹੈ। ਇੱਥੇ ਤੇ ਉਹ ਸੇਵਾ ਕਰੇਗਾ ਜਿਹੜਾ ਸੇਵਕ ਭਾਵ ਵਿੱਚ ਹੋਏਗਾ। ਹਾਂਜੀ, ਨਿਰਹੰਕਾਰ ਜਿਨਹੁ ਮਨ ਨੀਵਾ। ਜਿਹਦੇ ਮਨ ਵਿੱਚ ਲੇਸ਼ ਮਾਤਰ ਵੀ ਹੰਕਾਰ ਨਾ ਹੋਵੇ, ਮਨ ਨੀਵਾ ਹੋਵੇ। ਹਾਂਜੀ, ਸੇਵਾ ਬਿਖੈ ਨਿਪੁੰਨ ਜੋ ਹੋਏ। ਗ੍ਰੰਥ ਸਾਹਿਬ ਜੀ ਦੀ ਸੇਵਾ ਆਮ ਬੰਦੇ ਨੂੰ ਵੀ ਨਹੀਂ ਦੇਣੀ, ਆਮ ਸੇਵਾਦਾਰ ਨੂੰ ਵੀ ਨਹੀਂ ਦੇਣੀ ਜੀ। ਵੇਖੋ ਗ੍ਰੰਥੀ ਸਿੰਘ ਦਾ ਕਿੰਨਾ ਵੱਡਾ ਰੁਤਬਾ ਹੈ ਸਾਧ ਸੰਗਤ ਜੀ, ਪਰ ਗ੍ਰੰਥੀ ਸਿੰਘ ਵੀ ਇਸ ਗੱਲ ਤੇ ਇਮਾਨਦਾਰ ਹੋਵੇ ਜੀ, ਉਹ ਵੀ ਇਮਾਨਦਾਰ ਹੋਵੇ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਵਿਚਾਰ ਕਰ ਰਹੇ ਆਪਣੇ ਮਨ ਵਿੱਚ ਕਿ ਸੇਵਾ ਵਿੱਚ ਨਿਪੁੰਨ ਹੋਵੇ, ਉਹਨੂੰ ਸੇਵਾ ਦੇਣੀ ਹੈ। ਕਰੀਏ ਹੈ ਇਹਾਂ ਸਥਾਪਨ ਸੋਏ। ਉਹਨੂੰ ਇੱਥੇ ਸਥਾਪਿਤ ਕਰੀਏ। ਹੁਣ ਵਿਚਾਰ ਕਰਦੇ ਕਰਦੇ ਮਹਾਰਾਜ ਤੁਰੇ ਜਾ ਰਹੇ ਹੈ, ਸਿੱਖ ਆਰਾਮ ਕਰਨ ਦੇ ਹੈ, ਤੇ ਚਲਦਿਆਂ ਚਲਦਿਆਂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਜਿੱਥੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਆਰਾਮ ਕਰ ਰਹੇ ਸਨ ਜੀ। ਹਾਂਜੀ, ਸ਼੍ਰੀ ਨਾਨਕ ਕੋ ਦਰਸ਼ਨ ਕੀਨ। ਮਹਾਰਾਜ ਨੇ ਉਸੇ ਵੇਲੇ ਮਹਾਰਾਜ ਪ੍ਰਸੰਨ ਹੋਏ, ਵਿਚਾਰ ਕੀਤੀ, ਬਾਬਾ ਬੁੱਢਾ ਜੀ ਤੋਂ ਵੱਡਾ ਹੋਰ ਕੌਣ ਸੇਵਾਦਾਰ ਹੋ ਸਕਦਾ ਹੈ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ। ਵੇਖੋ ਉਸ ਸਮੇਂ ਇੱਕੋ ਬਾਬਾ ਬੁੱਢਾ ਜੀ, ਕਾਕਾ ਸਾਵਧਾਨ ਹੋ ਕੇ ਬੋਲ, ਇੱਕੋ ਹੀ ਬਾਬਾ ਬੁੱਢਾ ਸਾਹਿਬ ਜੀ ਹਨ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਨੇ ਜੀ। ਹਾਂਜੀ, ਮਹਾਰਾਜ ਕਹਿਣ ਲੱਗੇ, ਬਾਬਾ ਜੀ ਤੋਂ ਵੱਧ ਸਿਆਣਾ ਕੌਣ ਹੋ ਸਕਦਾ ਹੈ। ਹਾਂਜੀ, ਅਸ ਬੁੱਢਾ ਵਿੱਚ ਸੇਵ ਪ੍ਰਬੀਨ। ਬਾਬਾ ਬੁੱਢਾ ਸਾਹਿਬ ਜੀ ਸੇਵਾ ਵਿੱਚ ਪ੍ਰਬੀਨ ਨੇ, ਸਿਆਣੇ ਨੇ, ਨਿਪੁੰਨ ਨੇ। ਗੱਜ ਕੇ ਆਖੋ ਵਾਹਿਗੁਰੂ। ਕਿਉਂ? ਚਾਰ ਗੁਰੂ ਕੀ ਸੇਵਾ ਕਰੀ। ਉਹ ਗੁਰੂ ਨਾਨਕ ਸਾਹਿਬ ਦੇ ਤੇ ਦਰਸ਼ਨ ਹੀ ਨਹੀਂ ਮਾਣ। ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਤੋਂ ਇਲਾਵਾ ਚਾਰ ਗੁਰੂਆਂ ਦੀ ਹੁਣ ਵੀ ਸੇਵਾ ਕਰ ਰਹੇ ਨੇ। ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੇਵਾ ਕੀਤੀ ਹੈ ਬਾਬਾ ਬੁੱਢਾ ਜੀ ਨੇ। ਹਾਂਜੀ, ਏਮ ਵਿਚਾਰ ਕਰ ਨਿੰਦਾ ਪਾਈ। ਇਹ ਵਿਚਾਰ ਕੀਤੀ ਵੀ ਸੇਵਾ ਤੇ ਬਾਬਾ ਬੁੱਢਾ ਜੀ ਨੂੰ ਬਿਠਾਉਣਾ ਹੈ। ਵੇਖੋ, ਇਹ ਤੇ ਇਸ ਤਰ੍ਹਾਂ ਵਿਚਾਰ ਕੀਤੀ ਜਿਵੇਂ ਗੁਰਤਾ ਗੱਦੀ ਕਿਸੇ ਨੂੰ ਦੇਣੀ ਹੋਵੇ। ਮੈਨੂੰ ਮਾਫ ਕਰਿਓ, ਮੈਂ ਇਹ ਗੱਲ ਕਹਿ ਰਿਹਾ ਕਿਉਂ? ਗੁਰੂ ਗ੍ਰੰਥ ਸਾਹਿਬ ਜੀ ਦਾ ਗ੍ਰੰਥੀ ਸਿੰਘ ਬਣਨਾ ਬੜੀ ਵੱਡੀ ਗੱਲ ਹੈ ਜੀ, ਬਹੁਤ ਵੱਡੀ ਗੱਲ ਹੈ। ਗੁਰੂ ਦਾ ਵਜ਼ੀਰ ਵੀ ਕਹਿ ਲੈਂਦੇ ਆ, ਕਿਤੇ ਛੋਟੀ ਪਦਵੀ ਹੈ। ਹਾਂਜੀ, ਜਾਗੇ ਜਾਮਨ ਜਾਮ ਰਹਾਈ। ਫਿਰ ਵਿਚਾਰ ਕਰਕੇ ਮਹਾਰਾਜ ਆਰਾਮ ਕਰਨ ਲੱਗੇ। ਅੰਮ੍ਰਿਤ ਵੇਲਾ ਹੋਇਆ, ਸਾਰੀਆਂ ਸਿੱਖ ਸੰਗਤਾਂ ਜਾਗੀਆਂ। ਬੁੱਢਾ ਪੁਨ ਗੁਰਦਾਸ ਸੋ ਜਾਗੇ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਇਹ ਵੀ ਸਾਰੇ ਜਾਗੇ ਜੀ। ਸ਼੍ਰੀ ਗੁਰ ਚਰਨ ਪ੍ਰੇਮ ਮੈਂ ਪਾਗੇ। ਭਾਈ ਜਿਹੜੇ ਗੁਰੂ ਦੇ ਪ੍ਰੇਮ 'ਚ ਰੰਗੇ ਹੀ ਹੋਏ ਨੇ, ਇਹਨਾਂ ਦਾ ਮਨ ਗੁਰੂ ਦੇ ਪ੍ਰੇਮ 'ਚ ਰੰਗਿਆ ਹੀ ਪਿਆ। ਬੱਦੋ ਰੁੱਟੀ ਸੇਵਾ ਨਹੀਂ ਕਰਦੇ। ਹਾਂਜੀ, ਸੌਚ ਰਾਮਸਰ ਕੀਨ ਇਸ਼ਨਾਨਾ। ਸਾਰਿਆਂ ਨੇ ਸੁਚਮ ਕੀਤਾ, ਪਹਿਲਾਂ ਤਨ ਦੀ ਸੁਚਤਾ ਧਾਰਨ ਕੀਤੀ, ਫਿਰ ਰਾਮਸਰ ਸਰੋਵਰ ਵਿੱਚ ਇਸ਼ਨਾਨ ਕੀਤਾ ਜੀ। ਹਾਂਜੀ, ਬਦਰੀ ਤਰ ਬੈਠੇ ਕਰ ਧਿਆਨਾ। ਉਧਰ ਬਦਰੀ ਦੇ ਹੇਠਾਂ, ਬੇਰੀ ਦੇ ਹੇਠਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਧਿਆਨ ਲਾ ਕੇ ਬੈਠੇ ਹੋਏ ਨੇ ਜੀ। ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਜੀ। ਹਾਂਜੀ, ਦਵੈ ਘਟਿਕਾ ਲਖ ਅੰਮ੍ਰਿਤ ਕਾਲਾ। ਤੇ ਸਾਧ ਸੰਗਤ ਜੀ 2 ਘੜੀਆਂ ਅੰਮ੍ਰਿਤ ਵੇਲੇ ਨੂੰ ਹੋ ਗਈਆਂ ਜੀ। 2 ਘੜੀਆਂ, ਅੱਧਾ ਪੈਰ ਹੋ ਗਿਆ ਜੀ ਅੰਮ੍ਰਿਤ ਵੇਲੇ ਨੂੰ, ਅੱਧਾ ਪੈਰ ਰਹਿ ਗਿਆ ਜੀ। ਹਾਂਜੀ, ਸ਼੍ਰੀ ਅਰਜਨ ਬਚ ਕਹਿਓ ਰਸਾਲਾ। ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਨੇ ਨੇਤਰ ਖੋਲੇ ਜੀ। ਸਭ ਸੰਗਤਾਂ ਇਕੱਠੀਆਂ ਹੋ ਕੇ ਆਈਆਂ। ਕਿਉਂ? ਮਹਾਰਾਜ ਨੇ ਕਿਹਾ ਸੀ ਅਸੀਂ ਕੱਲ ਸਵੇਰੇ ਹਰਮੰਦਰ ਸਾਹਿਬ ਜਾਵਾਂਗੇ। ਸਿੱਧੀ ਤਰ੍ਹਾਂ ਬੈਠੋ, ਨਹੀਂ ਤੇ ਉੱਠ ਜਾਓ।
ਹਾਂਜੀ। ਬੁੱਢਾ ਨਿਜ ਸਿਰ ਪਰ ਧਰ ਗ੍ਰੰਥ। ਤੇ ਮਹਾਰਾਜ ਨੇ ਨੇਤਰ ਖੋਲੇ। ਨੇਤਰ ਖੋਲ ਕੇ ਨਾ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਰਿਆਂ ਨੂੰ ਪੁੱਛਦੇ ਆ, ਭਾਈ ਬਾਬਾ ਬੁੱਢਾ ਸਾਹਿਬ ਜੀ ਕਿੱਥੇ ਨੇ? ਤੇ ਦੱਸਦੇ ਆ, ਦਾਸ ਨੇ ਗੁਰਮੁਖਾਂ ਤੋਂ ਸੁਣਿਆ ਬਾਬਾ ਬੁੱਢਾ ਦੀ ਸਭ ਤੋਂ ਮਗਰ ਬਹਿੰਦੇ ਹੁੰਦੇ ਸੀਗੇ ਜੀ। ਕਿਉਂ? ਬਾਬਾ ਜੀ ਧਿਆਨ ਰੱਖਦੇ ਹੁੰਦੇ ਸੀਗੇ ਕੋਈ ਮਾੜੀ ਸੋਚ ਬਿਰਤੀ ਵਾਲਾ ਅੰਦਰ ਨਾ ਆ ਜਾਵੇ, ਸਾਰੀ ਸੰਗਤ ਦਾ ਰਸ ਨਾ ਖਰਾਬ ਕਰ ਦੇਵੇ ਜੀ। ਬਾਬਾ ਬੁੱਢਾ ਸਾਹਿਬ ਜੀ ਆਏ। ਮਹਾਰਾਜ ਸੱਚੇ ਪਾਤਸ਼ਾਹ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਬੁੱਢਾ ਜੀ ਆਪਣੇ ਸੀਸ ਤੇ ਗ੍ਰੰਥ ਸਾਹਿਬ ਸੁਭਾਏਮਾਨ ਕਰੋ। ਕਹਿਣ ਲੱਗੇ ਬੜੀ ਵੱਡੀ ਗੱਲ ਸੀਗੀ ਜੀ। ਮੈਂ ਆਪਣੇ ਮਨ 'ਚ ਵਿਚਾਰ ਕਰਦਾ ਹੁੰਦਾ ਹੈ, ਅਸੀਂ ਹਰ ਇੱਕ ਦੇ ਸਿਰ ਤੇ ਮਹਾਰਾਜ ਦਾ ਸਰੂਪ ਰੱਖ ਦਿੰਦੇ ਹਾਂ ਜੀ, ਹਰ ਇੱਕ ਦੇ ਜੀ। ਹਾਂਜੀ। ਤੇ ਮਹਾਰਾਜ ਨੇ ਜੇ ਚੁਣਿਆ ਤੇ ਬਾਬਾ ਬੁੱਢਾ ਜੀ ਨੂੰ ਚੁਣਿਆ ਜੀ। ਅਸੀਂ ਕੀ ਹੈ ਵੀ ਜਿਹਦੇ ਘਰ ਜਾਣਾ ਉਹਨੂੰ ਸਰੂਪ ਚੁਕਾ ਦਿੰਦੇ ਵੀ ਲੈ ਚੁੱਕ ਲਾ ਭਾਈ, ਤੂੰ ਵੀ ਖੁਸ਼ ਹੋ ਜਾ। ਪਰ ਧਿਆਨ ਨਾਲ ਵੇਖੋ, ਬਾਬਾ ਬੁੱਢਾ ਜੀ ਨੂੰ ਚੁਣਿਆ ਜੀ। ਬਾਬਾ ਜੀ ਆਪਣੇ ਸੀਸ ਤੇ ਗ੍ਰੰਥ ਸਾਹਿਬ ਰੱਖੋ। ਹਾਂਜੀ। ਆਗੇ ਚਲੋ ਸੁਧਾ ਸਰਪੰਥ। ਔਰ ਗ੍ਰੰਥ ਸਾਹਿਬ ਰੱਖ ਕੇ ਤੁਸੀਂ ਸਾਡੇ ਤੋਂ ਵੀ ਅੱਗੇ ਚੱਲੋਗੇ। ਅੱਜ ਕਹਿਣ ਲੱਗੇ ਸੁਧਾ ਸਰਪੰਥ, ਅੰਮ੍ਰਿਤ ਸਰੋਵਰ ਦੇ ਰਾਹ ਤੁਰੋ। ਕਹਿਣ ਲੱਗੇ ਹਾਂਜੀ। ਮਾਨ ਬਾਕ ਲਾ ਭਲੋ ਅਗਾਰੇ। ਤੇ ਸਾਧ ਸੰਗਤ ਜਕਾਰੇ ਲੱਗੇ, ਖੁਸ਼ੀਆਂ ਹੋਈਆਂ, ਢੋਲਕੀਆਂ ਨਗਾਰੇ ਵੱਜੇ, ਜਕਾਰੇ ਲੱਗੇ। ਧੰਨ ਧੰਨ ਬਾਬਾ ਬੁੱਢਾ ਜੀ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਭਾਏਮਾਨ ਕੀਤਾ ਗਿਆ ਜੀ। ਪਹਿਲੇ ਸਿੱਖ ਜਿਨ੍ਹਾਂ ਦੇ ਸੀਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਏਮਾਨ ਹੋਏ। ਦਾਸ ਆਪਣੇ ਮਨ 'ਚ ਸੋਚਦਾ ਹੁੰਦਾ, ਵੇਖੋ ਜਦੋਂ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਬਣੇ, ਗੁਰੂ ਅੰਗਦ ਸਾਹਿਬ ਨੂੰ ਸਭ ਤੋਂ ਪਹਿਲਾਂ ਸਿਰ ਝੁਕਾਉਣ ਵਾਲੇ ਬਾਬਾ ਬੁੱਢਾ ਸਾਹਿਬ, ਗੁਰੂ ਅਮਰਦਾਸ ਜੀ ਨੂੰ ਸਭ ਤੋਂ ਪਹਿਲਾਂ ਸਿਰ ਝੁਕਾਉਣ ਵਾਲੇ ਬਾਬਾ ਬੁੱਢਾ ਸਾਹਿਬ, ਗੁਰੂ ਰਾਮਦਾਸ ਜੀ ਨੂੰ ਸਿਰ ਝੁਕਾਉਣ ਵਾਲੇ ਬਾਬਾ ਬੁੱਢਾ ਸਾਹਿਬ ਜੀ, ਗੁਰੂ ਅਰਜਨ ਸਾਹਿਬ ਜੀ ਨੂੰ ਸਭ ਤੋਂ ਪਹਿਲਾਂ ਸਿਰ ਝੁਕਾਉਣ ਵਾਲੇ ਬਾਬਾ ਬੁੱਢਾ ਸਾਹਿਬ ਜੀ। ਅੱਜ ਗੁਰੂ ਸ਼ਬਦ ਰੂਪ ਵਿੱਚ ਆਇਆ, ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਦੇ ਸੀਸ ਉੱਤੇ ਰੱਖਿਆ ਗਿਆ ਹੈ ਜੀ। ਵੇਖੋ ਕਮਾਲ ਦੀ ਖੇਡ ਹੈ ਜੀ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਸੁਧਾ ਸਰ ਪੰਥ ਚੱਲੋ, ਅੰਮ੍ਰਿਤਸਰ ਦੇ ਰਸਤੇ ਚੱਲੋ, ਭਾਵ ਅੰਮ੍ਰਿਤ ਸਰੋਵਰ ਦੇ। ਮਾਨ ਬਾਕ ਲਾ ਭਇਓ ਅਗਾਰੇ। ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਮੰਨਿਆ, ਸਰੂਪ ਸੀਸ ਤੇ ਸਜਾਇਆ, ਅੱਗੇ ਤੁਰ ਪਏ। ਚਮਰ ਗੁਰੂ ਅਰਜਨ ਕਰ ਧਾਰੇ। ਸਾਧ ਸੰਗਤ ਜੀ ਚੌਰ ਸਾਹਿਬ ਕਿੰਨੇ ਹੱਥ 'ਚ ਫੜਿਆ? ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਸੰਖ ਅਨੇਕ ਲਗ ਦੰਧਪ ਬਾਜੇ। ਤੇ ਸਾਧ ਸੰਗਤ ਜੀ ਬਾਣੀ ਜਿਹੜੀ ਹੈ ਉਹ ਜਾ ਰਹੀ ਹੈ, ਸਾਰੇ ਸ਼ਬਦ ਪੜ੍ਹਦੇ ਹੋਏ ਜਾ ਰਹੇ ਹੈ। ਕਹਿੰਦੇ ਸੰਖ ਵੱਜ ਰਹੇ ਹੈ, ਅਨੇਕਾਂ ਹੀ ਵੱਜ ਰਹੇ, ਇੱਕ ਸ਼ੰਖ ਨਹੀਂ ਪੂਰਿਆ ਜਾ ਰਿਹਾ, ਬੜੇ ਸੰਖ ਪੂਰੇ ਜਾ ਰਹੇ ਹੈ। ਲੱਗ ਦੁੰਦਬ ਬਾਜੇ, ਦੁੰਦਬ ਵੱਜ ਰਹੇ ਹੈ, ਛੋਟੇ ਨਗਾਰੇ ਵੱਜ ਰਹੇ ਨੇ। ਜੈ ਜੈਕਾਰ ਊਚ ਸੁਰ ਗਾਜੇ। ਤੇ ਜੈ ਜੈਕਾਰ ਦੇ ਉੱਚੇ ਸੁਰ ਜਿਹੜੇ ਆ ਨਾ ਉਹ ਸਾਧ ਸੰਗਤ ਜੀ ਲਾਏ ਜਾ ਰਹੇ ਆ, ਨਗਾਰੇ ਵੱਜ ਰਹੇ ਆ, ਮਹਾਰਾਜ ਜੀ ਦਾ ਸਰੂਪ ਲੈ ਕੇ ਜਾ ਰਹੇ ਆ। ਧੰਨ ਧੰਨ ਬਾਬਾ ਬੁੱਢਾ ਸਾਹਿਬ ਅੱਗੇ ਆ, ਚੌਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਰ ਰਹੇ ਆ, ਨਗਾਰੇ ਵੱਜ ਰਹੇ ਹਨ। ਸਤਿ ਸ੍ਰੀ ਅਕਾਲ। ਸੁੰਦਰ ਸ਼੍ਰੀ ਹਰਗੋਬਿੰਦ ਚੰਦ। ਤੇ ਹਰਗੋਬਿੰਦ ਸਾਹਿਬ ਜਿਹੜੇ ਬੜੇ ਹੀ ਸੋਹਣੇ ਨੇ, ਚੰਦ ਵਰਗੇ ਨੇ, ਉਹ ਵੀ ਸੰਗਤਾਂ ਦੇ ਨਾਲ ਨਾਲ ਜਾ ਰਹੇ ਆ। ਲਗਭਗ ਸਾਧ ਸੰਗਤ ਜੀ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ 6-7 ਸਾਲਾਂ ਦੀ ਹੈ। ਹਾਂਜੀ। ਸੰਗ ਚਲਤ ਹੋਏ ਸ਼ੋਭ ਬਿਲੰਦ। ਨਾਲ ਚੱਲ ਰਹੇ ਆ, ਉਹ ਵੀ ਚੱਲ ਰਹੇ ਨਾਲ, ਬੜੇ ਫੱਬ ਰਹੇ ਹਨ। ਹਰ ਮੰਦਰ ਮਹਿ ਜਾਏ ਪਹੁੰਚੇ। ਸੰਗਤਾਂ ਕੀਰਤਨ ਕਰਦੀਆਂ ਕਰਦੀਆਂ ਹਰਮੰਦਰ ਸਾਹਿਬ ਪਹੁੰਚੀਆਂ ਹਨ। ਬੜਾ ਚਾਉ ਹੈ, ਬੜਾ ਚਾਉ ਹੈ, ਸ਼ਬਦ ਪੜ੍ਹ ਰਹੀਆਂ। ਬਾਬਾ ਬੁੱਢਾ ਸਾਹਿਬ ਸੀਸ ਤੇ ਚੁੱਕਿਆ ਹੋਇਆ ਸਰੂਪ, ਕਿੰਨਾ ਨੂਰ ਹੋਏਗਾ ਬਾਬਾ ਜੀ ਦੇ ਚਿਹਰੇ ਉੱਤੇ ਜੀ, ਕਿੰਨਾ ਨੂਰ ਹੋਏਗਾ ਗੁਰੂ ਅਰਜਨ ਸਾਹਿਬ ਜੀ ਦੇ ਚਿਹਰੇ ਉੱਤੇ। ਸੰਗਤਾਂ ਮਹਾਰਾਜ ਦੇ ਪਿਆਰ 'ਚ ਰੰਗੀਆਂ ਪਈਆਂ ਨੇ।
ਨਾਲ ਨਾਲ ਜਾ ਰਹੀਆਂ, ਸੰਖ ਵੱਜ ਰਹੇ, ਨਗਾਰੇ ਵੱਜ ਰਹੇ ਆ, ਸਭ ਰੰਗ ਵਿੱਚ ਤੁਰੇ ਜਾ ਰਹੇ ਹਨ। ਰਾਗੀ ਰਾਗ ਕਰਤ ਸੁਰ ਉੱਚੇ। ਤੇ ਸਾਧ ਸੰਗਤ ਜੀ ਫਿਰ ਅੰਮ੍ਰਿਤ ਸਰੋਵਰ ਦੇ ਕੋਲ ਆਏ ਜੀ। ਫਿਰ ਪੁੱਲ ਤੇ ਤੁਰੇ ਜੀ, ਉਹ ਪੁੱਲ ਤੇ ਤੁਰੇ ਸਰੂਪ ਲੈ ਕੇ ਜਾ ਰਹੇ ਆ। ਅੰਦਰ ਜਾਂਦਿਆਂ ਨੂੰ ਸਾਧ ਸੰਗਤ ਜੀ ਰਾਗੀ ਉੱਚੇ ਸੁਰ ਵਿੱਚ ਸ਼ਬਦ ਗਾ ਰਹੇ ਸੀਗੇ ਜੀ। ਹਾਂਜੀ, ਮੰਜੀ ਸਹਿਤ ਗ੍ਰੰਥ ਤਹਿ ਥਾਪ। ਤੇ ਮੰਜੀ ਸਾਹਿਬ ਦੇ ਉੱਤੇ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ ਗਈ ਜੀ। ਮੰਜੀ ਸਹਿਤ ਗ੍ਰੰਥ ਤਹਿ ਥਾਪ, ਜਿਹੜਾ ਆਸਣ ਸੀ ਨਾ, ਤਲਾਈ ਚਾਦਰਾਂ ਵਿਛੀਆਂ ਸਨ, ਉੱਥੇ ਗ੍ਰੰਥ ਸਾਹਿਬ ਜੀ ਦੀ ਮੰਜੀ ਰੱਖੀ ਗਈ ਜੀ। ਹਾਂਜੀ, ਬੈਠੇ ਨਿਕਟ ਗੁਰੂ ਤਬ ਆਪ। ਤੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਲਾਗੇ ਬੈਠ ਗਏ ਜੀ। ਫਿਰ ਆਪ ਲਾਗੇ ਬੈਠ ਗਏ ਸੱਚੇ ਪਾਤਸ਼ਾਹ। ਹਾਂਜੀ, ਵਾਰ ਭੋਗ ਕੋ ਸੁਨ ਮਨ ਲਾਈ। ਬਾਬਾ ਬੁੱਢਾ ਸਾਹਿਬ ਚੌਰ ਸਾਹਿਬ ਕਰਨ ਲੱਗ ਪਏ ਜੀ। ਤੇ ਜਦੋਂ ਆਸਾ ਜੀ ਦੀ ਵਾਰ ਦਾ ਭੋਗ ਪੈ ਗਿਆ, ਸ਼੍ਰੀ ਅਰਜਨ ਪੁਨ ਗਿਰਾ ਅਲਾਈ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਫਿਰ ਬਚਨ ਕੀਤਾ, ਬੁੱਢਾ ਸਾਹਿਬ ਖੋਲੋ ਗ੍ਰੰਥ। ਬਾਬਾ ਬੁੱਢਾ ਸਾਹਿਬ ਅੱਜ ਕਰੋ ਕਿਰਪਾ ਕਹਿਣ ਲੱਗੇ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਸਾਰੇ ਸਤਿਗੁਰਾਂ ਦੀ ਬਾਣੀ, ਭਗਤਾਂ ਦੀ ਬਾਣੀ ਅੱਜ ਗੁਰੂ ਗ੍ਰੰਥ ਸਾਹਿਬ ਦਾ ਰੂਪ ਧਾਰਨ ਕਰ ਚੁੱਕੀ ਹੈ। ਅੱਜ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ। ਲੇਹੋ ਆਵਾਜ਼ ਸੁਨੈ ਸਭ ਪੰਥ। ਬਾਬਾ ਜੀ ਆਵਾਜ਼ਾਂ ਲਵੋ, ਹੁਕਮਨਾਮੇ ਨੂੰ ਕਹਿੰਦੇ ਆ ਆਵਾਜ਼ਾਂ ਲੈਣਾ। ਆਵਾਜ਼ਾਂ ਲਵੋ, ਸਾਰਾ ਪੰਥ ਤੁਹਾਡਾ ਆਵਾਜ਼ਾਂ, ਬਾਣੀ ਦਾ ਇਹ ਆਵਾਜ਼ਾਂ ਸੁਣੇਗਾ। ਸੁਨ ਗੁਰ ਬਚਨ ਰੁਚਿਰ ਮਨ ਲਾਇਕ। ਸੱਚੇ ਪਾਤਸ਼ਾਹ ਜੀ ਦਾ ਇਹ ਸੁੰਦਰ ਬਚਨ ਜਦੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸੁਣਿਆ ਹੈ, ਸਤ ਬਾਕ ਮੁਖ ਜਲਜ ਅਲਾਇਕ। ਧੰਨ ਬਾਬਾ ਬੁੱਢਾ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਸਤ ਬਚਨ ਹੈ। ਹਾਂਜੀ, ਅਦਬ ਸੰਗ ਤਬ ਗ੍ਰੰਥ ਸੋ ਖੋਲਾ। ਤੇ ਫਿਰ ਇਸ ਸੰਸਾਰ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਤੋਂ ਕੁਝ ਬਾਅਦ ਦਾ ਸਮਾਂ ਹੈ। ਸਾਧ ਸੰਗਤ ਜੀ, ਅੰਮ੍ਰਿਤ ਸਰੋਵਰ ਲਬਾ ਲੱਭ ਭਰਿਆ ਹੋਇਆ, ਸੰਗਤਾਂ ਖਚਾ ਖਚ ਆ ਕੇ ਅੱਗੇ ਬੈਠੀਆਂ ਹੋਈਆਂ ਨੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੰਗਤ ਵਿੱਚ ਬੈਠੇ ਹੋਏ ਆ। 98 ਸਾਲਾਂ ਦੀ ਉਮਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ। ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਹੈ ਜੀ। ਹਾਂਜੀ, ਲੇ ਆਵਾਜ਼ ਬੁੱਢਾ ਤਬ ਬੋਲਾ। ਤੇ ਫਿਰ ਜਦੋਂ ਪ੍ਰਕਾਸ਼ ਕੀਤਾ ਬਾਬਾ ਜੀ ਨੇ, ਤੇ ਫਿਰ ਆਵਾਜ਼ਾਂ ਲਿਆ ਬਾਬਾ ਬੁੱਢਾ ਸਾਹਿਬ ਜੀ ਉੱਚੇ ਸੁਰ ਵਿੱਚ। ਸਾਧ ਸੰਗਤ ਜੀ ਗੁਰੂ ਦੀ ਬਾਣੀ ਪੜ੍ਹਦੇ ਆ, ਬਾਬਾ ਜੀ ਦੀ ਆਵਾਜ਼ ਵਿੱਚ ਬਹੁਤ ਰਸ ਹੈ। ਜਦੋਂ ਬਾਬਾ ਜੀ ਨੇ ਹੁਕਮਨਾਮਾ ਲਿਆ, ਕਹਿੰਦੇ ਉੱਡਦੇ ਪੰਛੀ ਜਿਹੜੇ ਸਨ ਉਹ ਵੀ ਬੈਠ ਕੇ ਟਿਕ ਕੇ ਬਾਬਾ ਜੀ ਦੀ ਆਵਾਜ਼ ਸੁਣਨ ਲੱਗ ਪਏ ਸਨ ਜੀ। ਇੰਨਾ ਬਾਬਾ ਜੀ ਦੀ ਆਵਾਜ਼ ਵਿੱਚ ਰਸ ਹੈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮੁਖੋਂ ਬੋਲੇ। ਸੋਹੀ ਮਹੱਲਾ ਪੰਜਵਾ। ਸੰਤਾਂ ਕੇ ਕਾਰਜ ਆਪ ਖਲੋਇਆ। ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ। ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ। ਸਗਲ ਮਨੋਰਥ ਪੂਰੇ। ਜੈ ਜੈਕਾਰ ਭਇਆ ਜਗ ਅੰਤਰ। ਲਾਥੇ ਸਗਲ ਵਿਸੂਰੇ। ਪੂਰਨ ਪੁਰਖ ਅਚੁੱਤ ਅਬਿਨਾਸੀ। ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰਖਿਆ ਪਰਮੇਸ਼ਰ। ਨਾਨਕ ਨਾਮ ਧਿਆਇਆ। ਬਾਬਾ ਜੀ ਨੇ ਮੁੱਖ ਵਾਕ ਸੁਣਾਇਆ ਜੀ। ਕੀ ਆਇਆ ਜੀ ਮੁੱਖ ਵਾਕ? ਸੰਤਾਂ ਕੇ ਕਾਰਜ ਆਪ ਖਲੋਇਆ। ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ। ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਗੁਰੂ ਗ੍ਰੰਥ ਸਾਹਿਬ ਬੋਲਦੇ ਨੇ ਜੀ। ਬੋਲ ਕੇ ਮਹਾਰਾਜ ਨੇ ਦੱਸਿਆ ਇਹ ਥਾਂ ਭਾਗਾਂ ਵਾਲੀ ਹੈ ਹਰਿਮੰਦਰ ਸਾਹਿਬ। ਇਹ ਸਰੋਵਰ ਭਾਗਾਂ ਵਾਲਾ ਹੈ।
ਇਹਦੇ ਵਿੱਚ ਪਰਮੇਸ਼ਰ ਦਾ ਨਾਮ ਅੰਮ੍ਰਿਤ ਸ਼ਾਮਲ ਹੋ ਗਿਆ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਨੇ ਬੋਲ ਕੇ ਦੱਸਾ। ਸੰਗਤ ਜੀ ਜਦੋਂ ਤੁਸੀਂ ਸੁਣੀ ਹੈ ਨਾ ਕਥਾ, ਜਦੋਂ ਅਕਾਲ ਪੁਰਖ ਜੀ ਤਨ ਧਾਰ ਕੇ ਆਏ ਹੈ ਸਰੋਵਰ ਦੀ ਸੇਵਾ ਕਰਨ ਵਾਸਤੇ, ਗੁਰੂ ਅਰਜਨ ਸਾਹਿਬ ਜੀ ਨੇ ਅਕਾਲ ਪੁਰਖ ਜੀ ਦੇ ਦਰਸ਼ਨ ਕਰਕੇ ਇਹ ਸ਼ਬਦ ਉਚਾਰਿਆ ਸੀਗਾ ਜੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਰਾਮ ਰਾਮ ਖੁਦ ਆਇਆ ਅਕਾਲ ਪੁਰਖ ਪਰਮੇਸ਼ਰ ਜੀ। ਤੇ ਸੱਚੀ ਪੁੱਛੋ, ਅੱਜ ਰਾਮ ਸ਼ਬਦ ਰੂਪ ਵਿੱਚ ਬਣ ਕੇ, ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਬਣ ਕੇ ਹਰਿਮੰਦਰ ਸਾਹਿਬ ਆਏ ਹੈ, ਤੇ ਅੱਜ ਮੁੱਖ ਵਾਕ ਵੀ ਇਹੋ ਹੀ ਬਖਸ਼ਿਸ਼ ਕੀਤਾ ਜੀ, ਹਰ ਕੰਮ ਕਰਾਵਣ ਆਇਆ ਰਾਮ। ਹਾਂਜੀ। ਚੌਪਈ ਸੁਨ ਸਭਹੂ ਤਬ ਸੀਸ ਨਿਵਾਇਓ। ਜਦੋਂ ਸਭ ਨੇ ਸੁਣਿਆ ਮੁੱਖ ਵਾਕ ਤਾਂ ਕੀ ਕੀਤਾ, ਹੱਥ ਜੋੜ ਕੇ ਸਿਰ ਨਿਵਾਇਆ। ਦੀਨ ਬੰਧ ਪ੍ਰਭ 3 ਲੱਖ ਪਾਇਓ। ਤੇ ਸਾਧ ਸੰਗਤ ਜੀ, ਦੀਨਾ ਬੰਧੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਾਣਿਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਨਾ ਵਧੀਆ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਸ਼੍ਰੀ ਗੁਰ ਕਰਤੇ ਚਮਰ ਫਿਰੰਤਾ। ਕਹਿੰਦੇ ਫਿਰ ਮਹਾਰਾਜ ਆਪ ਚੌਰ ਸਾਹਿਬ ਕਰਨ ਲੱਗੇ ਖਲੋ ਕੇ ਜੀ। ਜਦੋਂ ਮੁੱਖ ਵਾਕ ਹੋਇਆ ਨਾ, ਤੇ ਫਿਰ ਮਹਾਰਾਜ ਆਪ ਚੌਰ ਸਾਹਿਬ ਕਰਨ ਲੱਗ ਪਏ ਜੀ। ਇਹ ਉਹ ਗੁਰੂ ਗ੍ਰੰਥ ਸਾਹਿਬ ਨੇ ਜਿਨ੍ਹਾਂ ਉੱਤੇ ਗੁਰੂ ਅਰਜਨ ਸਾਹਿਬ ਜੀ ਖੁਦ ਚੌਰ ਸਾਹਿਬ ਕਰਦੇ ਜੀ। ਹਾਂਜੀ। ਬੁੱਢਾ ਜਪਜੀ ਪਾਠ ਕਰੰਤਾ। ਮਹਾਰਾਜ ਨੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਸ੍ਰੀ ਜਪਜੀ ਸਾਹਿਬ ਦਾ ਪਾਠ ਸੁਣਾ ਦਿਓ। ਕਹਿਣ ਲੱਗੇ ਜਿਵੇਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਕੋ ਸੁਣਦੇ ਸੀ। ਸਾਧ ਸੰਗਤ ਜੀ, ਫਿਰ ਬਾਬਾ ਬੁੱਢਾ ਜੀ ਜਪਜੀ ਸਾਹਿਬ ਦਾ ਪਾਠ ਕੇਵਲ ਮੁੱਖੋਂ ਨਹੀਂ ਕਰ ਰਹੇ, ਬਾਬਾ ਬੁੱਢਾ ਜੀ ਜਪਜੀ ਸਾਹਿਬ ਦੇ ਪਾਠ ਨੂੰ ਮਾਣ ਵੀ ਰਹੇ ਨੇ ਜੀ, ਮਾਣ ਰਹੇ ਨੇ ਜੀ। ਹਾਂਜੀ। ਸੰਗਤ ਧਨ ਧਨ ਸੁਨ ਕਹੈ। ਲਓ ਜੀ, ਇੰਨੇ ਰਸ ਵਿੱਚ ਬਾਬਾ ਬੁੱਢਾ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਸੰਗਤਾਂ ਧੰਨ ਧੰਨ ਕਰਨ ਲੱਗ ਪਈਆਂ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਅਧਿਕ ਆਨੰਦ ਪ੍ਰੇਮ ਤੇ ਲਹੇ। ਲਓ ਜੀ, ਬਹੁਤ ਪ੍ਰੇਮ ਤੇ ਆਨੰਦ ਦੇ ਨਾਲ ਬਾਬਾ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਇੱਥੇ ਤੇ ਘੋੜੇ ਦੜਾਉਂਦੇ ਹੁੰਦੇ ਜੀ। ਹਾਂਜੀ। ਬੰਦਾ ਜਪਜੀ ਸਾਹਿਬ ਦੀ ਬਾਣੀ ਪੜ੍ਹੇ, ਸ਼ੁੱਧ ਪੜ੍ਹੇ, ਪ੍ਰੇਮ ਨਾਲ ਪੜ੍ਹੇ, ਸੁਣਨ ਵਾਲੇ ਦਾ ਹਿਰਦਾ ਠੰਡਾ ਹੋਵੇ ਜੀ। ਹਾਂਜੀ। ਜਪ ਜੀ ਭੋਗ ਪਾਏ ਜੈਕਾਰਾ। ਤੇ ਫਿਰ ਨਾ ਹੁਣ ਤੁਸੀਂ ਇਹ ਕੰਮ ਕਰਨਾ, ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਜਪਜੀ ਸਾਹਿਬ ਦਾ ਭੋਗ ਪਾਇਆ ਨਾ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਸੰਗਤ ਨੇ ਜਕਾਰਾ ਲਾਇਆ, ਬੋਲੇ ਸਤਿ ਸ੍ਰੀ ਅਕਾਲ। ਹਾਂਜੀ। ਸੀਸ ਨਿਵਾਵਤ ਸਭਨ ਉਚਾਰਾ। ਸਾਰਿਆਂ ਨੇ ਸਿਰ ਨਿਵਾਉਂਦਿਆਂ ਹੋਇਆਂ ਸਤਿ ਸ੍ਰੀ ਅਕਾਲ ਆਖਿਆ। ਸਤ ਆਨੰਦ ਸ਼੍ਰੀ ਅਰਜਨ ਨਾਥ। ਤੇ ਸਤ ਆਨੰਦ ਸ਼੍ਰੀ ਅਰਜਨ ਨਾਥ, ਸਤ ਸਰੂਪ, ਆਨੰਦ ਸਰੂਪ, ਮਾਲਕ ਪ੍ਰਤੱਖ ਪਰਮੇਸ਼ਰ ਦਾ ਸਰੂਪ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਭਏ ਕਿਰਤਾਰਥ ਮਾਨਸ ਨਾਥ। ਮਹਾਰਾਜ ਜੀ ਕਿਰਤਾਰਥ ਹੀ ਹੋ ਗਏ ਜੀ। ਦੂਜਿਆਂ ਨੂੰ ਕਿਰਤਾਰਥ ਕਰਨ ਵਾਲੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਾਕ ਸੁਣ ਕੇ ਕਿਰਤਾਰਥ ਹੋ ਗਏ ਹਨ, ਆਨੰਦ ਵਿੱਚ ਹੋ ਗਏ ਹਨ। ਅਧਿਕ ਪ੍ਰੇਮ ਤੇ ਗਦ ਗਦ ਹੋਏ। ਕਹਿੰਦੇ ਇੰਨੇ ਪ੍ਰੇਮ ਚਾਏ ਮਹਾਰਾਜ ਗਦ ਗਦ ਹੋ ਗਏ ਜੀ, ਲੂ ਕੰਢੇ ਖੜੇ ਹੋ ਗਏ। ਗੁਣ ਗਨ ਸ਼੍ਰੀ ਪਰਮੇਸ਼ਰ ਜੋਏ। ਜਿਹੜੇ ਸਦਾ ਹੀ ਪਰਮੇਸ਼ਰ ਦੇ ਗੁਣਾਂ ਦਾ ਸਮੂਹ ਨੇ, ਜਿਹੜੇ ਰੱਬ 'ਚ ਗੁਣ ਨੇ, ਉਹ ਧੰਨ ਗੁਰੂ ਅਰਜਨ ਦੇਵ ਜੀ ਵਿੱਚ ਗੁਣ ਨੇ। ਐਸੇ ਸੱਚੇ ਪਾਤਸ਼ਾਹ ਆਨੰਦਿਤ ਹੋ ਗਏ। ਹਾਂਜੀ। ਹਰ ਮੰਦਰ ਤੇ ਨਿਕਸ ਅਗਾਰੀ। ਮਹਾਰਾਜ ਸੱਚੇ ਪਾਤਸ਼ਾਹ ਨੇ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ, ਸਾਰੀਆਂ ਸੰਗਤਾਂ ਨੇ ਨਮਸਕਾਰ ਕੀਤੀ। ਤਾਬਿਆ ਕਿਹਨੂੰ ਬਿਠਾਇਆ? ਹਾਂਜੀ, ਉੱਚੀ ਬੋਲੋ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਉਂ ਬਿਠਾਇਆ? ਮਹਾਰਾਜ ਆਪ ਵੀ ਤਾਬਿਆ ਬੈਠ ਸਕਦੇ ਸਨ। ਇਹ ਕਾਰਨ ਹੈ, ਬੜੇ ਧਿਆਨ ਨਾਲ ਸੁਣਨਾ। ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਇਸ ਕਰਕੇ ਤਾਬਿਆ ਬਿਠਾਇਆ, ਕੱਲ ਨੂੰ ਜੇ ਅਸੀਂ ਤਾਬਿਆ ਬਹਿੰਦੇ ਆ ਜਾਂ ਅੱਜ ਅਸੀਂ ਤਾਬਿਆ ਬਹਿੰਦੇ ਆ, ਤੇ ਕਿਤੇ ਸਿੱਖ ਮੱਥਾ ਟੇਕਦਿਆਂ ਇਹ ਭਾਵਨਾ ਨਾ ਰੱਖੇ ਵੀ ਮੈਂ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕ ਰਿਹਾ।
ਇਹੋ ਹੀ ਭਾਵਨਾ ਰੱਖੇ ਵੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਰਿਹਾ। ਇਹ ਕਿਤੇ ਭਾਵਨਾ ਨਾ ਸਿੱਖ ਦੇ ਮਨ ਵਿੱਚ ਆ ਜੇ ਵੀ ਗੁਰੂ ਅਰਜਨ ਦੇਵ ਜੀ ਤਾਬਿਆ ਬੈਠੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੋਟਾ ਸਮਝੇ, ਗੁਰੂ ਅਰਜਨ ਦੇਵ ਜੀ ਨੂੰ ਵੱਡਾ ਸਮਝੇ ਤੇ ਆਖੇ ਮੈਂ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਦਾ। ਕਿਤੇ ਭੁੱਲ ਕੇ ਵੀ ਸਿੱਖ ਅੰਦਰ ਇਹ ਭਾਵਨਾ ਨਾ ਆ ਜਾਵੇ। ਇਸ ਕਰਕੇ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਤਾਬਿਆ ਬਿਠਾਇਆ ਤੇ ਫਿਰ ਸੱਚੇ ਪਾਤਸ਼ਾਹ ਗਰੀਬ ਨਵਾਜ ਚੱਲ ਕੇ ਬਾਹਰ ਆਏ ਹਨ। ਹਰ ਕੀਰਤ ਬਹੁ ਭਾਂਤ ਉਚਾਰੀ। ਤੇ ਫਿਰ ਬਾਹਰ ਆ ਕੇ ਵਾਹਿਗੁਰੂ ਦੀ ਕੀਰਤੀ ਕੀਤੀ ਸੱਚੇ ਪਾਤਸ਼ਾਹ ਜੀ ਨੇ, ਸ਼ਬਦ ਪੜ੍ਹੇ ਬਾਣੀ ਦੇ ਜੀ। ਹਾਂਜੀ, ਸਹਿਜਾ ਸ਼ੇਸ਼ ਬਿਕੁੰਠ ਮਹਾਨਾ। ਹਾਂਜੀ, ਬ੍ਰਹਮ ਲੋਕ ਸ਼ਿਵ ਲੋਕ ਸਥਾਨਾ। ਮਹਾਰਾਜ ਕਹਿਣ ਲੱਗੇ ਵਿਸ਼ਨੂੰ ਜੀ ਸ਼ੇਸ਼ਨਾਗ ਦੀ ਸੇਜਾ ਤੇ ਬੈਠਦੇ ਹੁੰਦੇ ਆ। ਅੱਜ ਦੇ ਸਮੇਂ ਉਹ ਵੀ ਆਪਣੀ ਸ਼ੇਸ਼ਨਾਗ ਦੀ ਸੇਜਾ ਛੱਡ ਕੇ ਆ ਗਏ ਇੱਥੇ, ਕਹਿਣ ਲੱਗੇ ਮੱਥਾ ਟੇਕਣ। ਮਹਾਰਾਜ ਨੂੰ ਵੇਖਦਾ ਹੈ ਨਾ, ਕਹਿੰਦੇ ਬ੍ਰਹਮ ਲੋਕ ਤੋਂ ਬ੍ਰਹਮਾ ਜੀ ਸਿੱਖੋ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਪਹੁੰਚੇ ਹੋਏ ਹਨ। ਕਹਿਣ ਲੱਗੇ ਸ਼ਿਵ ਲੋਕ ਸਥਾਨਾ, ਸ਼ਿਵ ਲੋਕ ਵਿੱਚ ਸ਼ਿਵ ਜੀ ਜਿਹੜੇ ਆ ਉਹ ਆਪਣਾ ਸਥਾਨ ਛੱਡ ਕੇ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਆਏ ਆ। ਜਿੱਥੇ ਏਡੇ ਏਡੇ ਵੱਡੇ ਆਏ ਆ, ਅਸੀਂ ਕੀ ਚੀਜ਼ ਆ? ਦੋਵੇਂ ਹੱਥ ਜੋੜੋ, ਪੂਰੇ ਅਦਬ ਨਾਲ ਸਿਰ ਝੁਕਾਓ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਾਂ, ਸਵੇਤ ਦੀਪ ਤਜ ਲੋਕਾ ਲੋਕ। ਲੋਕਾ ਪਰਬਤ ਸਫੇਦ ਦੀਪ ਨੂੰ ਛੱਡ ਕੇ ਪੁਰੀ ਅਯੁੱਧਿਆ ਆਦ ਅਸ਼ੋਕ। ਕਹਿੰਦੇ ਆ ਅਯੁੱਧਿਆਪੁਰੀ ਨੂੰ ਛੱਡ ਕੇ ਸ਼੍ਰੀ ਰਾਮਚੰਦਰ ਅਵਤਾਰੀ ਪੁਰਸ਼ ਅੱਜ ਗੁਪਤ ਰੂਪ ਵਿੱਚ ਉਹ ਵੀ ਮੱਥਾ ਟੇਕਣ ਆਏ ਨੇ। ਕਹਿਣ ਲੱਗੇ ਕਿੰਨਾ ਖੁਸ਼ੀਆਂ ਦਾ ਸਮਾਂ ਹੈ। ਪੁੰਨ ਦੁਆਰਕਾ ਆਦਿਕ ਥਾਨ। ਫਿਰ ਮਹਾਰਾਜ ਗੁਰੂ ਅਰਜਨ ਸਾਹਿਬ ਬਾਹਰ ਆ ਕੇ ਕਹਿਣ ਲੱਗੇ ਦੁਆਰਕਾ ਤੋਂ ਸ਼੍ਰੀ ਕ੍ਰਿਸ਼ਨ ਜੀ, ਹਾਂਜੀ, ਸਭ ਕੋ ਤਜ ਕਰ ਸ਼੍ਰੀ ਭਗਵਾਨ। ਉਹ ਵੀ ਅੱਜ ਇਸ ਥਾਂ ਤੇ ਨਮਸਕਾਰ ਕਰਨ ਆਏ ਆ। ਤੇ ਮਹਾਰਾਜ ਕਹਿੰਦੇ ਹੁਣ ਹੋਰ ਸੁਣ ਲਓ। ਕਹਿੰਦੇ ਸੀ ਵਾਹਿਗੁਰੂ ਖੀਰ ਸਮੁੰਦਰ ਤੇ ਸ਼ੇਸ਼ਨਾਗ ਦੀ ਥਾਂ ਤੇ ਪਰਮੇਸ਼ਰ ਵਸਦਾ ਹੈ, ਬ੍ਰਹਮ ਲੋਕ ਚ ਪਰਮੇਸ਼ਰ ਵਸਦਾ ਹੈ, ਸ਼ਿਵ ਲੋਕ ਚ ਪਰਮੇਸ਼ਰ ਦਾ ਵਾਸਾ ਹੈ, ਤੇ ਸਵੇਤ ਦੀਪ ਉੱਤੇ ਪਰਮੇਸ਼ਰ ਦਾ ਵਾਸਾ ਹੈ, ਅਯੋਧਿਆਪੁਰੀ ਵਿੱਚ ਪਰਮੇਸ਼ਰ ਦਾ ਵਾਸਾ ਹੈ, ਦਵਾਰਕਾ ਵਿੱਚ ਪਰਮੇਸ਼ਰ ਦਾ ਵਾਸਾ ਹੈ। ਵਾਹਿਗੁਰੂ ਸਾਰੀਆਂ ਥਾਵਾਂ ਨੂੰ ਛੱਡ ਕੇ ਹਰਿਮੰਦਰ ਸਾਹਿਬ ਆ ਗਏ ਹੈ। ਕਹਿਣ ਲੱਗੇ ਸ਼ਬਦ ਰੂਪ ਵਿੱਚ। ਸਾਧ ਸੰਗਤ ਜੀ ਬਾਕੀ ਅਸਥਾਨ ਭਾਵੇਂ ਬਿਪਤਾ ਸਮੇਂ ਬੰਦ ਹੋ ਜਾਂਦੇ ਆ, ਸ੍ਰੀ ਹਰਿਮੰਦਰ ਸਾਹਿਬ ਨਹੀਂ ਬੰਦ ਹੁੰਦਾ। ਕਿਉਂ? ਹਰ ਮੰਦਰ ਮੈਂ ਹਰ ਜੂ ਬਸੈ। ਮਹਾਰਾਜ ਬਾਣੀ ਵਿੱਚ ਕੀ ਲਿਖਦੇ ਆ? ਮਹਾਰਾਜ ਬਾਣੀ 'ਚ ਲਿਖਦੇ ਆ ਹਰ ਮੰਦਰ ਹਰ ਸਾਜਿਆ ਰੱਖਿਆ ਹੁਕਮ ਸਵਾਰ। ਹਰ ਮੰਦਰ ਵਾਹਿਗੁਰੂ ਨੇ ਸਾਜਿਆ, ਆਪਣੇ ਹੁਕਮ 'ਚ ਸਾਜਿਆ। ਹਾਂਜੀ, ਸ਼੍ਰੀ ਗੁਰੂ ਰਾਮਦਾਸ ਦਰਬਾਰ। ਮਹਾਰਾਜ ਕਹਿੰਦੇ ਉਹ ਸਾਰਾ ਪਰਮੇਸ਼ਰ ਨੇ ਆਸੇ ਪਾਸੇ ਦੀਆਂ ਥਾਵਾਂ ਛੱਡ ਕੇ ਆਨ ਬਸੇ ਇਸ ਥਾਨ ਉਦਾਰਾ। ਗੁਰੂ ਰਾਮਦਾਸ ਜੀ ਦੇ ਅਸਥਾਨ ਤੇ ਇਸ ਥਾਂ ਤੇ ਆ ਕੇ ਸਾਰੇ ਹੀ ਵਸ ਗਏ ਨੇ। ਕਹਿਣ ਲੱਗੇ ਕਿੱਡੀ ਵੱਡੀ ਮਹਿਮਾ ਹੈ ਜੀ। ਹਾਂਜੀ, ਕਲੀ ਕਾਲ ਮੈਂ ਇਸੀ ਸਮਾਨ। ਹਾਂਜੀ, ਨਾਹੇ ਨਾ ਆਨ ਸਥਾਨ ਮਹਾਨ। ਹੋਣਗੇ ਅਸਥਾਨ ਮਹਾਨ, ਪਰ ਕਲਯੁਗ ਦੇ ਵਿੱਚ ਹਰ ਮੰਦਰ ਦੇ ਬਰਾਬਰ ਦੂਜਾ ਅਸਥਾਨ ਹੈ ਹੀ ਕੋਈ ਨਹੀਂ। ਮਹਾਰਾਜ ਕਹਿਣ ਲੱਗੇ ਹਰ ਮੰਦਰ ਦੇ ਬਰਾਬਰ ਕੋਈ ਅਸਥਾਨ ਨਹੀਂ ਹੈ। ਚਾਰ ਚੰਦ ਲੱਗ ਗਏ ਨਾ ਵਿੱਚ, ਗੁਰੂ ਗ੍ਰੰਥ ਸਾਹਿਬ ਆ ਕੇ ਬਹਿ ਗਏ ਆ। ਹਾਂਜੀ, ਤੀਨ ਲੋਕ ਪਤ ਤਹਾਂ ਬਿਰਾਜੇ। ਫਿਰ ਪੜੋ ਤੀਨ ਲੋਕ ਪਤ ਜਹਾਂ ਬਿਰਾਜੇ। ਭੋਗਵਤੀ ਸੁਰਪੁਰ ਪਿਖ ਲਾਜੇ। ਮਹਾਰਾਜ ਕਹਿੰਦੇ ਜਿੱਥੇ ਤਿੰਨਾਂ ਲੋਕਾਂ ਦੇ ਮਾਲਕ ਬਿਰਾਜਦੇ ਆ, ਨਾਗਾਂ ਦੀ ਰਾਜਧਾਨੀ ਹੈ ਭੋਗਵਤੀ। ਅੱਜ ਉਹ ਵੀ ਹਰਿਮੰਦਰ ਸਾਹਿਬ ਨੂੰ ਵੇਖ ਕੇ ਸ਼ਰਮਸਾਰ ਹੋ ਗਏ ਆ, ਕਿਉਂਕਿ ਉਹ ਥਾਵਾਂ ਵੀ ਤਿੰਨ ਲੋਕ ਵੀ ਹਰਿਮੰਦਰ ਦੀ ਬਰਾਬਰੀ ਨਹੀਂ ਕਰ ਸਕਦੇ ਜੀ। ਹਾਂਜੀ, ਸਭ ਸਥਾਨ ਕੀ ਸ਼੍ਰੀ ਚੱਲ ਆਈ। ਹੋਰ ਸੁਣ ਲਓ, ਸ਼੍ਰੀ ਨਾਮ ਮਾਇਆ ਦਾ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਸਿੱਖਾਂ ਨੂੰ ਕਹਿ ਰਹੇ, ਸੰਗਤਾਂ ਬੈਠੀਆਂ ਖੁਸ਼ੀ ਬੜੇ ਨੇ ਸਾਰੇ। ਮਹਾਰਾਜ ਕਹਿਣ ਲੱਗੇ ਸਾਰਿਆਂ ਥਾਵਾਂ ਦੀ ਮਾਇਆ ਜਿਹੜੀ ਚੱਲ ਕੇ ਇੱਥੇ ਆ ਗਈ ਹੈ। ਕਹਿਣ ਲੱਗੇ ਹਾਂਜੀ, ਆਨ ਵਸੀ ਸ਼੍ਰੀ ਗੁਰ ਸ਼ਰਨ ਆਈ। ਸ਼੍ਰੀ ਗੁਰੂ ਦੇ ਚਰਨਾਂ ਵਿੱਚ ਆ ਕੇ ਇੱਥੇ ਵਸੀ। ਮਹਾਰਾਜ ਕਹਿਣ ਲੱਗੇ ਹਾਂਜੀ, ਧੰਨ ਧੰਨ ਸ਼੍ਰੀ ਗੁਰ ਦਰਬਾਰਾ। ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਜੀ ਦਾ ਦਰਬਾਰ।
ਹਾਂਜੀ ਪਈਤ ਜਹਾਂ ਪਦਾਰਥ ਚਾਰਾ। ਮਹਾਰਾਜ ਕਹਿੰਦੇ ਜਿੱਥੇ ਚਾਰ ਪਦਾਰਥ ਮਿਲਦੇ, ਕਵੀ ਸੰਤੋਖ ਸਿੰਘ ਕਹਿੰਦੇ ਧੰਨ ਹੈ ਉਹ ਥਾਂ। ਇਮ ਉਤਸਾਹਿਤ ਦਿਵਸ ਬਿਤਾਇਓ। ਇਸ ਤਰੀਕੇ ਨਾਲ ਉਤਸ਼ਾਹ ਦੇ ਵਿੱਚ ਦਿਨ ਜਿਹੜਾ ਹੈ ਉਹ ਸਫਲਾ ਕੀਤਾ। ਸੰਧਿਆ ਭਈ ਤਰਨ ਅਸਤਾਇਓ। ਸੰਧਿਆ ਪਈ ਹੈ, ਸ਼ਾਮ ਦਾ ਸਮਾਂ ਹੋ ਗਿਆ। ਉਹ ਫਿਰ ਸਾਧ ਸੰਗਤ ਜੀ ਆਪਾਂ ਕੱਲ ਨੂੰ ਪ੍ਰਸੰਗ ਸਰਵਣ ਕਰਾਂਗੇ। ਜੋ ਆਏਗਾ ਮਹਾਰਾਜ ਕਿਰਪਾ ਕਰਨ, ਸਮਾਂ ਹੋ ਗਿਆ। ਸਤਿਗੁਰੂ ਮਿਹਰਾਂ ਕਰਨ, ਬਖਸ਼ਿਸ਼ਾਂ ਕਰਨ। ਸ੍ਰੀ ਹਰਿਮੰਦਰ ਸਾਹਿਬ ਵਰਗੀ ਦੂਜੀ ਥਾਂ ਕੋਈ ਨਹੀਂ ਹੈ, ਕੋਈ ਨਹੀਂ ਹੈ ਦੁਨੀਆ ਤੇ। ਜਿੰਨੇ ਮਰਜ਼ੀ ਸੋਨੇ ਲਾ ਲਾ ਕੇ ਮੰਦਰ ਬਣਾ ਲੈਣ, ਹਰਿਮੰਦਰ ਸਾਹਿਬ ਨਹੀਂ ਕੋਈ ਵੀ ਬਣਾ ਸਕਦਾ। ਹਰਿਮੰਦਰ ਸਾਹਿਬ ਨਹੀਂ ਕੋਈ ਬਣਾ ਸਕਦਾ। ਕਿਉਂ? ਮਹਾਰਾਜ ਨੇ ਲਿਖ ਦਿੱਤਾ, ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਡਿਠੇ ਸਭੇ ਥਾ, ਡਿਠੇ ਸਭੇ ਥਾ, ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਗੱਜ ਕੇ ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਡਿਠੇ ਸਭੇ ਥਾ, ਡਿਠੇ ਸਭੇ ਥਾ, ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਡਿਠੇ ਸਭੇ ਥਾ, ਡਿਠੇ ਸਭੇ ਥਾ, ਨਹੀਂ ਤੁਧ ਜਿਹਾ, ਨਹੀਂ ਤੁਧ ਜਿਹਾ, ਡਿਠੇ ਸਭੇ ਥਾਵ ਨਹੀਂ ਤੁਧ ਜਿਹਾ, ਕਾਰਣ ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਕਿਉਂਕਿ ਤੈਨੂੰ ਵਾਹਿਗੁਰੂ ਨੇ ਆਪ ਬੰਨਿਆ ਹੋਇਆ ਹੈ। ਆਪ ਵਾਹਿਗੁਰੂ ਨੇ ਆ ਕੇ ਬਣਾਇਆ, ਕਰਤਾ ਪੁਰਖ ਜੀ ਨੇ, ਤਾਂ ਤੇਰੇ ਵਰਗਾ ਦੂਜਾ ਕੋਈ ਨਹੀਂ ਹੈ। ਸੋ ਸ੍ਰੀ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਹੈ। ਇਸ ਕਥਾ ਦੀ ਵੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਸੱਚੇ ਪਾਤਸ਼ਾਹ ਮਿਹਰਾਂ ਕਰਨ, ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।